ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਚੌਪਈ। ਕੁਮਤ ਕਦਨ ਕੋ ਸਿਰਿ ਜਗ ਸਾਈ, ਠਾਕਰ ਚੌਂਕੀ ਦੀਨ ਉਡਾਈ। ਏਕ ਮਹੂਰਤ ਬੀਤੇ ਪਾਛੇ, ਬਿਪਰ ਬਿਲੋਕਨ ਲਾਗਿਓ ਆਛੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। परम सम्मान योग सत्कार योग गुरु की साजी और नवाजी हुई। गुरु का खास रूप गुरु खालसा साध संगत जियो धनता दे पात्र हो। जगत गुरु श्री गुरु ग्रंथ साहब जी महाराज जी की पवित्र पावन हजूरी च हाजरियां भर के आदि गुरु पहले पातशाह धन गुरु नानक देव साहब जी महाराज जी की जन्म साखी, सतगुरां दी जन्म साखी दी चल रही लड़ीवार कथा आप जी बहुत ही अदब सत्कार सहित सरवण कर रहे हो। पातशाह अनेकां जीवां दी कल्याण करदिआं भाई साहब भाई मरदाना जी नूं उपदेश देंदिआं लाहौर शहर चल के आए ने, जिथे लाहौर दे एक कसाई बाजार विच गऊआं कट्टियां जा रही सन। गरीब नवाज पातशाह वेख्या कि यह कहर हो रहा है, जो है ही गऊ उस नूं कतल किया जा रहा है। पातशाह ने बचन उच्चारण किया, लाहौर शहर जहर कहर सबा पहर। लाहौर शहर दे बार बार आके सतगुरु जी बैठे ने, जिथे एक पखंडी पंडित है ब्राह्मण है, इन्हें अपने सामने सालग्राम एक चौंकी ते रखे है। इशनान पान करके सालग्राम की पूजा की है, टल्ली पकड़ के हथ च खड़काउंदा है। कुछ समय विच वेख के लोग इनू आके मत्था टेकते ने, कोई पैसे चढ़ावा चढ़ाउंदे हन। अखां बंद करके बैठा ते सतगुरु सच्चे पातशाह कहंदे, पंडित जी इष्ट देवता तुहाडा तुहाडे सामने है, फिर ध्यान किहदा धार रहे हो? कहण लगा, जी मैं अपनियां बिरतियां रोक के तिन्ना लोकां विच की वरतदा वेखदा, इस करके मैं अखां बंद कीतियां हन। जगत गुरु पातशाह जी ने जदों इहदा इह पखंड सुनिया ते सुन के सतगुरु जी मुस्कुराए ने। पातशाह ने लीला वरताई है तां जो इस पंडित दा पखंड उगड़ के सामने आ जावे। आओ मन बिरतियां एकागर करके जगत गुरु जाहर पीर जगत गुरु बाबा धन गुरु नानक देव साहब जी का पावन चरना का ध्यान हिरदियां च धारण करदे होया रसना नूं पवित्र करदे आखो जी सतनाम श्री वाहिगुरु साहिब जी। सतनाम श्री वाहिगुरु साहिब जी। चौपाई। कुमत कदन को सिरि जग साई। कुमत दा नाश करन वाले जगत दे साई ने गुरु नानक साहब। कुमत यानी कि खोटी मत, भैड़ी मत। भैड़ी मत दा नाश करन वाले जगत दे साई धन गुरु नानक साहब जी। ठाकर चौंकी दीन उडाई। महाराज जी ने कला वरताई,
ਪੰਡਤ ਜੀ ਦੇ ਸਾਹਮਣੇ ਜੋ ਸਾਲਗ੍ਰਾਮ ਦੇ ਸਮੇਤ ਚੌਂਕੀ ਪਈ ਸੀ ਨਾ, ਚੌਂਕੀ ਦੇ ਉੱਤੇ ਸਾਲਗ੍ਰਾਮ ਰੱਖਿਆ ਸੀ। ਮਹਾਰਾਜ ਜੀ ਨੇ ਉਹੀ ਅਲੋਪ ਕਰ ਦਿੱਤੀ। ਪੰਡਤ ਦੀਆਂ ਅੱਖਾਂ ਬੰਦ ਸਨ, ਨੇਤਰ ਮੁੰਦੇ ਹੋਏ ਸੀ, ਔਰ ਉਹਦੇ ਸਾਹਮਣੇ ਉਹ ਚੌਂਕੀ ਸਮੇਤ ਸਾਲਗ੍ਰਾਮ ਜੋ ਜਿਨ੍ਹਾਂ ਨੂੰ ਇਹ ਠਾਕੁਰ ਕਹਿ ਕੇ ਪੂਜਦੇ ਨੇ, ਉਹਦੇ ਸਮੇਤ ਮਹਾਰਾਜ ਜੀ ਨੇ ਅਲੋਪ ਕਰ ਦਿੱਤੇ। ਏਕ ਮਹੂਰਤ ਬੀਤੇ ਪਾਛੇ। ਜਦੋਂ ਇੱਕ ਮਹੂਰਤ ਦਾ ਸਮਾਂ ਬੀਤ ਗਿਆ, ਪੰਡਤ ਜੀ ਕੁਝ ਸਮਾਂ ਅੱਖਾਂ ਬੰਦ ਕਰਕੇ ਬੈਠੇ ਰਹੇ। ਉਹਨਾਂ ਨੂੰ ਨਹੀਂ ਪਤਾ ਕਿ ਮੇਰੇ ਸਾਹਮਣੇ ਭਗਵਾਨ ਜੀ ਦੀ ਜਿਹੜੀ ਸਾਲਗ੍ਰਾਮ ਜੀ ਦੀ ਮੂਰਤੀ ਹੈ ਉਹ ਚੌਂਕੀ ਸਮੇਤ ਅਲੋਪ ਹੋ ਗਈ ਹੈ। ਇਹ ਉਹ ਨਹੀਂ ਸਨ ਜਾਣਦੇ। ਵਿਪਰ ਬਿਲੋਕਨ ਲਾਗਿਓ ਆਛੇ। ਜਦੋਂ ਘੜੀ ਡੇਢ ਘੜੀ ਬਾਅਦ ਪੰਡਤ ਨੇ ਅੱਖਾਂ ਖੋਲੀਆਂ, ਅੱਖਾਂ ਖੋਲ ਕੇ ਜਦੋਂ ਸਾਹਮਣੇ ਧਿਆਨ ਨਾਲ ਵੇਖਣ ਲੱਗਿਆ, ਠਾਕਰ ਚੌਂਕੀ ਜਬੇ ਨਾ ਪਾਈ। ਹੁਣ ਨਾ ਠਾਕੁਰ ਜੀ ਨਜ਼ਰ ਆਉਂਦੇ ਨੇ ਤੇ ਨਾ ਚੌਂਕੀ ਨਜ਼ਰ ਆਉਂਦੀ ਹੈ ਜਿਹਦੇ ਤੇ ਠਾਕੁਰ ਜੀ ਦੀ ਮੂਰਤੀ ਟਿਕਾਈ ਹੋਈ ਸੀ। ਕਰਤ ਬਿਰਲਾਪ ਰਿਓ ਕਿ ਗਿਆਈ। ਇੱਕਦਮ ਵਿਰਲਾਪ ਕਰਨ ਲੱਗ ਪਿਆ। ਪੰਡਤ ਦੀ ਤਾਂ ਜਿਵੇਂ ਧਾਰ ਨਿਕਲ ਗਈ ਹੋਵੇ, ਏਦਾਂ ਜਿਵੇਂ ਜਾਨ ਨਿਕਲ ਗਈ ਹੋਵੇ, ਜਿੰਦ ਨਿਕਲ ਗਈ ਹੋਵੇ, ਇਉਂ ਪੰਡਤ ਵਿਰਲਾਪ ਕਰਨ ਲੱਗਾ। ਚਿੰਤਾ ਤੁਰ ਹੋਵੇ ਲੋਕਨ ਪੁੱਛਾ। ਜਿਹੜੇ ਆਲੇ ਦੁਆਲੇ ਲੋਕ ਸਨ ਉਹਨਾਂ ਨੂੰ ਚਿੰਤਾ ਤੁਰ ਹੋ ਕੇ ਪੁੱਛਦਾ, ਦੀਨੋ ਉੱਤਰ ਸਭ ਨੇ ਛੂਛਾ। ਸਾਰਿਆਂ ਨੇ ਆਖਿਆ ਜੀ ਸਾਨੂੰ ਤਾਂ ਨਹੀਂ ਪਤਾ। ਸਭ ਨੂੰ ਪੁੱਛਦਾ ਵੀ ਸਾਲਗ੍ਰਾਮ ਜੀ ਕਿੱਥੇ ਨੇ, ਚੌਂਕੀ ਕਿੱਥੇ ਗਈ ਹੈ। ਉਹ ਕਹਿੰਦੇ ਜੀ ਸਾਨੂੰ ਨਹੀਂ ਪਤਾ। ਏਦਾਂ ਅੱਗੋਂ ਜਵਾਬ ਦੇ ਦਿੰਦੇ ਨੇ ਸਾਰੇ। ਬੂਝਿਓ ਪ੍ਰਭੂ ਕਹੋ ਦਿਜ ਗਾਥਾ। ਫਿਰ ਸਤਿਗੁਰੂ ਸੱਚੇ ਪਾਤਸ਼ਾਹ ਵੱਲ ਵੇਖਿਆ ਇਹਨੇ। ਮਹਾਰਾਜ ਧੰਨ ਗੁਰੂ ਨਾਨਕ ਸਾਹਿਬ ਜੀ ਬੋਲੇ, ਅਬ ਤੂੰ ਹੋਤੋ ਹਰਖ ਕੇ ਸਾਥਾ। ਮਹਾਰਾਜ ਜੀ ਬੋਲੇ, ਕਹਿੰਦੇ ਪੰਡਤ ਜੀ ਹੁਣ ਤਾਂ ਬੜੇ ਖੁਸ਼ੀ ਬੈਠੇ ਸੀ। ਆ ਕੁਝ ਸਮਾਂ ਪਹਿਲਾਂ ਤਾਂ ਬੜੇ ਹਰਖ ਵਿੱਚ ਸੀ। ਲੋਕ ਆ ਕੇ ਪੈਸੇ ਦੇ ਰਹੇ ਸੀ, ਚੜਾਵਾ ਚੜਾ ਰਹੇ ਸੀ, ਮੱਥਾ ਟੇਕ ਰਹੇ ਸੀ ਤੇ ਬੜੇ ਖੁਸ਼ ਜੇ ਹੋ ਕੇ ਬੈਠੇ ਸੀ। ਕਿਉਂ ਬੇਬਲ ਬਿਰਲਾਪ ਪੁਕਾਰਾ। ਤੇ ਹੁਣ ਕਿਉਂ ਬੇਬਲ ਹੋ ਗਏ ਹੋ, ਇੱਕਦਮ ਵਿਰਲਾਪ ਕਰਨ ਲੱਗ ਪਏ ਹੋ, ਰੌਣ ਲੱਗ ਪਏ ਹੋ। ਕੀ ਗੱਲ ਹੋ ਗਈ ਪੰਡਤ ਜੀ? ਕੀ ਗਵਾਚ ਗਿਆ ਤੁਹਾਡਾ? ਕੀ ਖੋ ਗਿਆ? ਕੋ ਕਾਰਜ ਗਾ ਬਿਗੜ ਤੁਮਾਰਾ। ਪੰਡਤ ਜੀ ਕਿਹੜਾ ਕੰਮ ਵਿਗੜ ਗਿਆ ਤੁਹਾਡਾ? ਕਿਹੜੇ ਕੰਮ 'ਚ ਘਾਟਾ ਪੈ ਗਿਆ ਤੁਹਾਨੂੰ? ਕੀ ਨੁਕਸਾਨ ਹੋ ਗਿਆ? ਇੱਕਦਮ ਰੋਣ ਲੱਗ ਪਏ ਹੋ, ਬੇਬਲ ਹੋ ਗਏ ਹੋ। ਕੀ ਗੱਲ ਹੋ ਗਈ? ਹੇ ਸੰਤੋ ਜੇ ਸਾਲ ਗਰਾਮਾ। ਅੱਗੋਂ ਪੰਡਤ ਬੋਲਿਆ, ਕਹਿਣ ਲੱਗਾ ਸੰਤ ਜੀ ਸੁਣੋ, ਮੇਰੇ ਭਗਵਾਨ ਸਾਲਗ੍ਰਾਮ ਜੀ ਸਨ। ਕਾਹੂ ਚੁਰਾਏ ਲੀਨੇ ਅਬਿਰਾਮਾ। ਉਹ ਚੌਂਕੀ ਸਮੇਤ ਮੇਰੇ ਸਾਹਮਣੇ ਪਏ ਸਨ ਤੇ ਮੈਂ ਅੱਖਾਂ ਬੰਦ ਕਰਕੇ ਬੈਠਾ ਸਾਂ। ਖਬਰੇ ਕਿਹਨੇ ਚੁਰਾ ਲਏ ਨੇ? ਸਾਲਗ੍ਰਾਮ ਦੇ ਸਮੇਤ ਉਹ ਚੌਂਕੀ ਵੀ ਕਿਸੇ ਨੇ ਚੋਰੀ ਕਰ ਲਈ ਹੈ। ਕਿਤਕ ਹੋਤੋ ਤਨ ਚੌਂਕੀ ਮਾਈ। ਕਹਿੰਦਾ ਚਲੋ ਮੈਨੂੰ ਸਾਲਗ੍ਰਾਮ ਤਾਂ ਚਲੋ ਕਿਤੋਂ ਹੋਰ ਲੈ ਆਵਾਂਗੇ, ਚੌਂਕੀ ਵੀ ਕਿਤੋਂ ਬਣ ਜਾਏਗੀ, ਪਰ ਉਸ ਚੌਂਕੀ ਦੇ ਨਾਲ ਮੇਰੇ ਕੁਝ ਰੁਪਈਏ ਪਏ ਸਨ। ਸਮੱਸਿਆ ਇਹਦੀ ਹੈ। ਕਹਿੰਦਾ ਰੁਪਈਏ ਪਏ ਸਨ ਨਾਲ, ਮੇਰੇ ਪੈਸੇ ਜਿਹੜੇ ਰੁਪਈਏ ਨੇ ਉਹ ਵੀ ਚੋਰੀ ਹੋ ਗਏ ਨੇ। ਰਿਓ ਬੂਝ ਕੋ ਦੇਵਤ ਨਾਈ। ਮੈਂ ਆਲੇ ਦੁਆਲੇ ਸਾਰਿਆਂ ਲੋਕਾਂ ਨੂੰ ਪੁੱਛ ਹਟਿਆ, ਕੋਈ ਮੇਰੀ ਕਈ ਗੱਲ ਦਾ ਜਵਾਬ ਨਹੀਂ ਦਿੰਦਾ। ਸਾਰੇ ਕਹਿੰਦੇ ਮੈਨੂੰ ਨਹੀਂ ਪਤਾ। ਦੂਜੇ ਨੂੰ ਪੁੱਛਦਾ ਕਹਿੰਦਾ ਮੈਨੂੰ ਨਹੀਂ ਪਤਾ। ਤੀਜੇ ਨੂੰ ਪੁੱਛਦਾ ਕਹਿੰਦੇ ਸਾਨੂੰ ਤਾਂ ਨਹੀਂ ਪਤਾ। ਏਦਾਂ ਸਾਰੇ ਜਵਾਬ ਦੇਈ ਜਾਂਦੇ ਹਨ। ਗੁਰੂ ਕਹੇ ਸੁਧ ਤੁਝੇ ਤਿਰਲੋਕੀ। ਮਹਾਰਾਜ ਸੱਚੇ ਪਾਤਸ਼ਾਹ ਜੀ ਹੱਸਦਿਆਂ ਹੋਇਆਂ ਕਹਿੰਦੇ, ਪੰਡਤ ਜੀ ਹੁਣੇ ਤਾਂ ਝਟਕ ਪਹਿਲਾਂ ਤੁਸੀਂ ਕਹਿੰਦੇ ਸੀ ਕਿ ਮੈਂ ਜਦੋਂ ਅੱਖਾਂ ਬੰਦ ਕਰਕੇ ਆਪਣੀ ਬਿਰਤੀ ਰੋਕਦਾ ਤੇ ਮੈਨੂੰ ਤਿੰਨਾਂ ਲੋਕਾਂ ਦਾ ਗਿਆਨ ਹੋ ਜਾਂਦਾ। ਤੁਹਾਨੂੰ ਤਾਂ ਤਿਰਲੋਕੀ ਦਾ ਗਿਆਨ ਹੈ ਵੀ ਤਿੰਨਾਂ ਲੋਕਾਂ 'ਚ ਕਿੱਥੇ ਕਿੱਥੇ ਕੀ ਵਰਤਦਾ ਹੈ, ਕਿੱਥੇ ਕੀ ਹੁੰਦਾ, ਇਹ ਤਾਂ ਤੁਸੀਂ ਸਾਰਾ ਕੁਝ ਜਾਣਦੇ ਹੋ। ਤਰੋ ਧਿਆਨ ਕੋ ਲਿਓ ਬਿਲੋਕੀ। ਤੇ ਬਹਿ ਜਾਓ, ਧਿਆਨ ਧਾਰਨ ਕਰਕੇ ਵੇਖੋ ਵੀ ਕਿੱਥੇ ਪਈ ਹੈ ਤੁਹਾਡੀ ਉਹ ਚੌਂਕੀ। ਸਾਲਗ੍ਰਾਮ ਜੀ ਕਿੱਥੇ ਨੇ? ਜਿਹੜੇ ਰੁਪਈਏ ਪੈਸੇ ਨੇ ਉਹ ਕਿੱਥੇ ਨੇ? ਤੁਸੀਂ ਧਿਆਨ 'ਚ ਵੇਖ ਲਓ ਆਪਣੇ। ਤੁਹਾਨੂੰ ਕਿਹੜਾ ਕੋਈ ਚੀਜ਼ ਲੁੱਕੀ ਛਿਪੀ? ਤੁਹਾਡੀਆਂ ਅੱਖਾਂ ਤੋਂ ਕਿਹੜਾ ਕੋਈ ਚੀਜ਼ ਓਹਲੇ ਹੋ ਜਾਣੀ ਹੈ?
ਤੁਹਾਨੂੰ ਤਾਂ ਵੈਸੇ ਹੀ ਤਰਲੋਕੀ ਦਾ ਗਿਆਨ ਹੈ, ਤੇ ਵੇਖੋ ਨੇਤਰ ਬੰਦ ਕਰਕੇ ਧਿਆਨ ਲਾ ਕੇ ਵੀ ਕਿੱਥੇ ਆ ਤੁਹਾਡੀਆਂ ਵਸਤੂਆਂ। ਕਹਾਂ ਦੁਰਾਵੇ ਗੋਤੈ ਜਾਈ, ਤੁਹਾਡੇ ਕੋਲੋਂ ਕੌਣ ਕਿੱਥੇ ਕੋਈ ਛੁਪਾ ਸਕਦਾ, ਕੌਣ ਕਿੱਥੇ ਕੋਈ ਲੁਕਾ ਸਕਦਾ ਹੈ। ਨੀਕੇ ਦੇਖ ਲਿਓ ਸਭ ਥਾਈ। ਪੰਡਤ ਜੀ ਤੁਹਾਡੇ ਕੋਲੋਂ ਕਿਹਨੇ ਕਿਸੇ ਨੇ ਲੁਕਾਉਣਾ, ਤੁਸੀਂ ਤਾਂ ਜਿੱਥੇ ਕੋਈ ਲੁਕਾਵੇ ਉੱਥੇ ਹੀ ਵੇਖ ਲੋਗੇ। ਤਿੰਨੇ ਲੋਕਾਂ ਦੀ ਸੋਝੀ ਤੁਹਾਨੂੰ ਹੈ, ਤ੍ਰਿਲੋਕੀ ਦਾ ਗਿਆਨ ਤੁਹਾਨੂੰ ਹੈ, ਤੁਹਾਡੇ ਕੋਲੋਂ ਭਲਾ ਕੌਣ ਲੁਕਾ ਸਕਦਾ, ਛਿਪਾ ਸਕਦਾ ਹੈ। ਸੁਣ ਕੇ ਬਿਅੰਗ ਬਚਨ ਦਿਜ ਜਾਨੀ। ਮਹਾਰਾਜ ਜੀ ਦਾ ਇਹ ਵਿਅੰਗ ਸੀ, ਵਿਅੰਗ ਭਰੇ ਬੋਲ ਜਦੋਂ ਪੰਡਤ ਨੇ ਸੁਣੇ ਤੇ ਸਮਝ ਗਿਆ, ਜਾਣ ਗਿਆ। ਇਨ ਕੀ ਦ੍ਰਿਸ਼ਟ ਵਿਖੇ ਕਿਤ ਥਾਨ ਬਾਨੀ। ਸਮਝ ਗਿਆ ਕਿ ਜ਼ਰੂਰ ਇਹਨਾਂ ਨੂੰ ਪਤਾ ਜਿਹੜੇ ਇਸ ਤਰ੍ਹਾਂ ਗੱਲ ਕਰਦੇ ਆ। ਮਹਾਰਾਜ ਜੀ ਨੇ ਤੇ ਵਿਅੰਗ ਕੀਤਾ ਸੀ ਨਾ ਵੀ ਤੈਨੂੰ ਤਾਂ ਤਿੰਨਾਂ ਲੋਕਾਂ ਦੀ ਸੋਝੀ ਹੈ, ਵੇਖ ਲੈ ਧਿਆਨ ਧਾਰ ਕੇ। ਇਹਨੂੰ ਸਮਝ ਪੈ ਗਈ ਵੀ ਹੋਰ ਕਿਸੇ ਨੂੰ ਪਤਾ ਹੋਵੇ ਨਾ ਹੋਵੇ, ਪਰ ਇਹਨਾਂ ਨੂੰ ਜ਼ਰੂਰ ਪਤਾ ਹੈ, ਇਹਨਾਂ ਦੀਆਂ ਅੱਖਾਂ ਦੇ ਸਾਹਮਣੇ ਹੀ ਕੁਝ ਨਾ ਕੁਝ ਹੋਇਆ ਹੈ। ਝੂਠ ਤਿਆਗ ਤਵ ਸਾਚ ਬਖਾਨਾ। ਪੰਡਤ ਨੇ ਹੁਣ ਪਖੰਡ ਛੱਡਿਆ, ਉਹਨੇ ਵੇਖਿਆ ਵੀ ਇੱਥੇ ਹੁਣ ਪਖੰਡ ਨਹੀਂ ਜੇ ਚੱਲਣਾ, ਸੱਚ ਦੇ ਸਾਹਮਣੇ ਪਖੰਡ ਚੱਲ ਹੀ ਨਹੀਂ ਸਕਦਾ। ਇਹਨੇ ਝੂਠ ਛੱਡਿਆ, ਹੁਣ ਸੱਚ ਸੱਚ ਬੋਲਣ ਲੱਗਾ, ਜੋ ਸੱਚ ਸੀ ਉਹ ਕਹਿਣ ਲੱਗਾ। ਪੇਟ ਕੇਤ ਹੁਤੀ ਗੁਜਰਾਨਾ। ਕਹਿਣ ਲੱਗਾ ਸੰਤ ਜੀ ਕਾਹਦਾ ਤਰਲੋਕੀ ਦਾ ਗਿਆਨ ਤੇ ਕਾਹਦੀ ਬਿਰਤੀ ਰੋਖਣੀ ਤੇ ਕਾਹਦਾ ਧਿਆਨ ਲਾਉਣਾ। ਸੱਚਾਈ ਇਹ ਹੈ ਵੀ ਰੋਟੀਆਂ ਕਾਰਨ ਪੂਰੇ ਤਾਲ ਦੀ ਖੇਡ ਕਰ ਰਹੇ ਆ। ਇਹ ਪੇਟ ਦੇ ਗੁਜਰਾਨ ਵਾਸਤੇ ਮਹਾਰਾਜ ਜੀ ਇਦਾਂ ਦਾ ਇਹ ਦੰਭ ਜਿਹਾ ਰਚਿਆ ਹੋਇਆ ਕਿ ਇਹਦੇ ਨਾਲ ਪੇਟ ਦੀ ਗੁਜਰਾਨ ਚੱਲਦੀ ਹੈ। ਕਹਿ ਕਰ ਕੂਰ ਜੀਵ ਕਾ ਲਿਓ। ਲੋਕਾਂ ਕੋਲ ਝੂਠ ਬੋਲ ਕੇ ਆਪਣੀ ਉਪਜੀਵਕਾ ਚਲਾਉਂਦਾ, ਲੋਕਾਂ ਨੂੰ ਝੂਠ ਬੋਲਦਾ, ਝੂਠ ਬੋਲ ਕੇ ਆਪਣੀ ਉਪਜੀਵਕਾ ਚਲਾਉਂਦਾ ਹਾਂ। ਪਾਲਨ ਨਿਜ ਪਰਿਵਾਰ ਕਰਿਓ। ਟੱਬਰ ਪਾਲਦਾ ਮਹਾਰਾਜ ਔਖੇ ਸੌਖੇ ਆਪਣਾ। ਝੂਠ ਬੋਲਦਾ, ਇਹੋ ਜਿਹਾ ਪਖੰਡ ਕਰਦਾ, ਲੋਕਾਂ ਨੂੰ ਕਹਿਣਾ ਮੈਂ ਧਿਆਨ ਲਾਉਣਾ, ਤਰਲੋਕੀ ਦਾ ਗਿਆਨ ਹੈ ਮੈਨੂੰ, ਇਹ ਕੁਝ ਕਰਦਾ ਤੇ ਲੋਕ ਚੜਾਵਾ ਚੜਾਉਂਦੇ ਨੇ, ਉਸ ਚੜਾਵੇ ਦੇ ਨਾਲ ਜਾ ਕੇ ਮੈਂ ਆਪਣਾ ਟੱਬਰ ਤੇ ਪਰਿਵਾਰ ਪਾਲਦਾ ਹਾਂ। ਵੈ ਲੋਕਨ ਮੈਂ ਮਾਨ ਕਨੇਰਾ। ਜਿੱਥੇ ਟੱਬਰ ਪਾਲਦਾ ਉੱਥੇ ਦੂਜਾ ਲੋਕਾਂ ਵਿੱਚ ਸਮਾਜ ਵਿੱਚ ਮੈਨੂੰ ਵਡਿਆਈ ਵੀ ਮਿਲਦੀ ਹੈ, ਲੋਕ ਮੇਰਾ ਮਾਣ ਸਤਿਕਾਰ ਵੀ ਕਰਦੇ ਨੇ ਕਿ ਪੰਡਤ ਜੀ ਅੰਤਰਜਾਮੀ ਨੇ, ਏਦਾਂ ਮੇਰੀ ਵਡਿਆਈ ਵੀ ਸੋਭਾ ਵੀ ਹੁੰਦੀ ਹੈ। ਲੱਖੋਂ ਪਖੰਡ ਸੰਤ ਜੀ ਮੇਰਾ। ਇਹ ਸੰਤ ਜੀ ਅਸਲ ਵਿੱਚ ਇਹ ਸਭ ਕੁਝ ਮੇਰਾ ਪਖੰਡ ਸੀ। ਆਪੇ ਹੀ ਬੋਲ ਕੇ ਕਹਿੰਦਾ ਮਹਾਰਾਜ ਇਹ ਜੋ ਕੁਝ ਮੈਂ ਕਰ ਰਿਹਾ ਸੀ ਇਹ ਮੇਰਾ ਸਭ ਪਖੰਡ ਜਾਣ ਲਓ, ਇਹ ਮੇਰੀ ਰਚੀ ਹੋਈ ਪਖੰਡ ਦੀ ਰਚਨਾ ਹੈ। ਤਿਸ ਮੂਰਤ ਕਰ ਰੋਜ਼ੀ ਹਮਰੀ। ਇਹੋ ਜੀ ਮੂਰਤ ਕਰਕੇ ਮੇਰੀ ਰੋਜੀ ਚੱਲਦੀ ਹੈ, ਮੇਰਾ ਗੁਜਰਾਨ ਚੱਲਦਾ ਹੈ। ਦਿਓ ਬਤਾਏ ਡੀਠ ਮੈਂ ਤੁਮਰੀ। ਮਹਾਰਾਜ ਸੰਤ ਜੀ ਬਖਸ਼ੋ, ਤੁਹਾਡੀ ਨਿਗਾਹ ਵਿੱਚ ਹੈ ਸਭ ਕੁਝ, ਤੁਹਾਨੂੰ ਪਤਾ ਹੈ ਵੀ ਸਾਲਗ੍ਰਾਮ ਜੀ ਕਿੱਥੇ ਨੇ, ਕਿੱਥੇ ਚੌਂਕੀ ਆ, ਉਹਦੇ ਨਾਲ ਜਿਹੜੇ ਪੈਸੇ ਸਨ ਉਹ ਕਿੱਥੇ ਨੇ। ਕਿਰਪਾ ਕਰਕੇ ਮਹਾਰਾਜ ਜੀ ਮੈਨੂੰ ਉਹ ਸਾਰਾ ਕੁਝ ਵਿਖਾ ਦਿਓ। ਅਵਲੋਕਿਓ ਜੇ ਲੇਵਤ ਕੋਈ। ਜੇ ਤੁਸੀਂ ਕਿਸੇ ਨੂੰ ਵੇਖਿਆ ਲਿਜਾਂਦਿਆਂ ਕੋਈ ਬੰਦਾ ਤੁਹਾਡੀ ਨਿਗਾਹ ਥੱਲੇ ਹੈ, ਮੁਝੇ ਜਨਾਏ ਦੀਜੀਏ ਸੋਈ। ਉਹ ਮੈਨੂੰ ਜਣਾ ਦਿਓ। ਤੁਸੀਂ ਭਾਵੇਂ ਨਾ ਇਸ਼ਾਰਾ ਕਰਕੇ ਦੱਸੋ, ਮੈਨੂੰ ਸੁਭਾਵਕ ਥੋੜਾ ਜਿਹਾ ਇਸ਼ਾਰਾ ਦੱਸ ਦਿਓ, ਤੁਹਾਡਾ ਨਾਂ ਨਹੀਂ ਲੈਂਦਾ, ਮੈਂ ਉਹਦੇ ਕੋਲੋਂ ਜਾ ਕੇ ਆਪਣੀਆਂ ਵਸਤੂਆਂ ਲੈ ਲਵਾਂਗਾ। ਤ੍ਰਿਪਾ ਤਾਰ ਬੋਲੇ ਗੁਣ ਖਾਨੀ। ਜਦੋਂ ਪੰਡਤ ਨੇ ਸੱਚੋ ਸੱਚ ਦੱਸ ਦਿੱਤਾ ਨਾ ਸਾਰਾ ਕੁਝ ਕਿ ਮਹਾਰਾਜ ਇਹ ਤਾਂ ਪਖੰਡ ਸੀ ਮੇਰਾ, ਇਹ ਮੈਂ ਆਪਣੇ ਪੇਟ ਪਾਲਣ ਵਾਸਤੇ ਟੱਬਰ ਪਾਲਣ ਵਾਸਤੇ ਕਰਦਾ, ਝੂਠ ਬੋਲਦਾ ਲੋਕਾਂ ਦੇ ਸਾਹਮਣੇ, ਝੂਠ ਦੀ ਰਚਨਾ, ਪਖੰਡ ਦੀ ਰਚਨਾ। ਸੁਣ ਕੇ ਧੰਨ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਬੋਲੇ ਤਜੋ ਝੂਠ ਬੋਲਨ ਕੀ ਬਾਣੀ। ਮਹਾਰਾਜ ਜੀ ਕਹਿੰਦੇ ਪੰਡਤ ਜੀ ਤੁਸੀਂ ਧਰਮੀ ਹੋ, ਲੋਕ ਤੁਹਾਨੂੰ ਧਰਮੀ ਜਾਣ ਕੇ ਨਮਸਕਾਰ ਕਰਦੇ ਨੇ, ਹੁਣ ਧਰਮੀ ਵਿਅਕਤੀ ਝੂਠ ਬੋਲੇ ਇਹ ਗੱਲ ਸ਼ੋਭਦੀ ਨਹੀਂ। ਪੰਡਤ ਜੀ ਸਭ ਤੋਂ ਪ੍ਰਥਮ ਝੂਠ ਬੋਲਣਾ ਤਿਆਗੋ,
ਝੂਠ ਬੋਲਣ ਦੀ ਬਿਰਤੀ ਦਾ ਤਿਆਗ ਕਰੋ। ਸ਼ੁੱਧ ਆਤਮੈ ਜਪ ਹਰ ਨਾਮੋ। ਜਦੋਂ ਹਰੀ ਦਾ ਨਾਮ ਜਪੋਗੇ ਤੁਹਾਡੀ ਆਤਮਾ ਸ਼ੁੱਧ ਹੋਵੇਗੀ, ਤੁਹਾਡਾ ਮਨ, ਤੁਹਾਡਾ ਅੰਤਸ਼ਕਰਨ ਸ਼ੁੱਧ ਹੋਵੇਗਾ। ਜਦੋਂ ਹਰੀ ਅਕਾਲ ਪੁਰਖ ਪਰਮੇਸ਼ਰ ਦੇ ਨਾਮ ਦਾ ਭਜਨ ਕਰੋਗੇ। ਤਜੋ ਪਖੰਡ ਕੀਰ ਸਭ ਕਾਮੋ। ਆ ਜਿਹੜਾ ਪਖੰਡ ਹੈ, ਇਸ ਪਖੰਡ ਦਾ ਤਿਆਗ ਕਰੋ, ਕਿਉਂਕਿ ਨਾਮ ਜਪਣ ਵਾਲੇ ਪਖੰਡ ਨਹੀਂ ਕਰਿਆ ਕਰਦੇ। ਇਹ ਪਖੰਡ ਦਾ ਤਿਆਗ ਕਰ ਦਿਓ। ਸਦਈ ਕਰੀਏ ਸਾਚ ਵਖਾਨਾ। ਔਰ ਝੂਠ ਨਹੀਂ ਬੋਲਣਾ, ਸਦਾ ਸੱਚ ਬੋਲਣਾ। ਸੱਚ ਕਹਿਣਾ, ਸੱਚ ਰਸਨਾ ਤੋਂ ਬੋਲਣਾ। ਕਰਵਾਵੇਂ ਸ਼੍ਰੀ ਪ੍ਰਭ ਗੁਜਰਾਨਾ। ਤੇ ਰਹੀ ਗੱਲ ਗੁਜਰਾਨ ਦੀ, ਜਿਹਨੇ ਪੈਦਾ ਕੀਤਾ ਉਹਨੂੰ ਚਿੰਤਾ ਵੀ ਹੈ। ਉਹ ਅਕਾਲ ਪੁਰਖ ਸਾਰਿਆਂ ਨੂੰ ਰੋਜੀ ਦੇਣ ਵਾਲਾ ਹੈ, ਸਭ ਦੀ ਪਰਵਰਿਸ਼ ਕਰਨ ਵਾਲਾ ਹੈ। ਖਾਲਸਾ ਜੀ ਕੇ ਰੋਜ਼ੀ ਦੇਹੰਦ ਹੈ। ਪਰਮੇਸ਼ਰ ਸੰਸਾਰ ਦੇ ਸਮਸਤ ਜੀਵਾਂ ਨੂੰ ਰੋਜੀ ਦੇ ਕੇ ਪਾਲਦਾ ਹੈ। ਇਹ ਮਨੁੱਖ ਦੇ ਮਨ ਦਾ ਭਰਮ ਹੁੰਦਾ ਕਿ ਮੈਂ ਸ਼ਾਇਦ ਇਹ ਛਲ ਫਰੇਬ ਕਰਦਾ, ਝੂਠ ਬੋਲਦਾ ਤੇ ਮੇਰੀ ਰੋਜੀ ਚੱਲਦੀ ਹੈ। ਪਰਮੇਸ਼ਰ ਨੇ ਜਦੋਂ ਪੈਦਾ ਵੀ ਨਹੀਂ ਸੀ ਕੀਤਾ ਇਹਨੂੰ, ਇਹਦੇ ਜਨਮ ਤੋਂ ਪਹਿਲਾਂ ਇਹਦੀ ਰੋਜੀ ਰੋਟੀ ਦਾ ਪ੍ਰਬੰਧ ਅਕਾਲ ਪੁਰਖ ਪਰਮੇਸ਼ਰ ਨੇ ਕਰ ਦਿੱਤਾ ਸੀ। जब दांत नहीं तब खीर दियो, अब दांत दिए क्या अन्न न दे है। ਜਦੋਂ ਦੰਦ ਨਹੀਂ ਸੀ ਪਰਮੇਸ਼ਰ ਨੇ ਇਸ ਨੂੰ ਬਾਲ ਰੂਪ ਵਿੱਚ ਪੀਣ ਨੂੰ ਦੁੱਧ ਦੇ ਦਿੱਤਾ। ਜੇ ਹੁਣ ਦੰਦ ਦਿੱਤੇ ਆ ਤੇ ਕੀ ਖਾਣ ਨੂੰ ਰੋਜੀ ਨਹੀਂ ਦੇਵੇਗਾ। ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਪਾਲਣਹਾਰ ਹੈ, ਸੰਸਾਰ ਦੇ ਸਮਸਤ ਜੀਵਾਂ ਨੂੰ ਪਾਲਦਾ ਹੈ। ਇਸ ਕਰਕੇ ਪੰਡਤ ਜੀ ਆਪਣੇ ਹਿਰਦੇ 'ਚੋਂ ਇਸ ਭਰਮ ਦਾ ਤਿਆਗ ਕਰੋ। ਇਸ ਚਿੰਤਾ ਨੂੰ ਮਤ ਕਰੋ ਆਪਣੇ ਹਿਰਦੇ 'ਚ ਕਿ ਮੇਰੇ ਪਰਿਵਾਰ ਤੇ ਟੱਬਰ ਦੀ ਪਾਲਣਾ ਕਿਵੇਂ ਹੋਵੇਗੀ। ਸੱਚ ਬੋਲਣਾ ਸ਼ੁਰੂ ਕਰ ਦਿਓ, ਨਾਮ ਜਪਣਾ ਸ਼ੁਰੂ ਕਰ ਦਿਓ, ਧਰਮ ਦੀ ਕਿਰਤ ਕਰਨੀ ਸ਼ੁਰੂ ਕਰ ਦਿਓ। ਉਹ ਨਿਰੰਕਾਰ ਅਕਾਲ ਪੁਰਖ ਪਰਮੇਸ਼ਰ ਪਾਲਣਹਾਰ ਹੈ। ਉਹ ਤੁਹਾਡੀ ਰੋਜੀ ਰੋਟੀ ਦਾ ਫਿਕਰ ਕਰਕੇ ਤੁਹਾਨੂੰ ਪਾਲੇਗਾ। ਸੈਲ ਪੱਥਰ ਮੈਂ ਜੰਤ ਉਪਾਏ, ਤਾਕਾ ਰਿਜਕ ਆਗਾ ਕਰ ਧਰਿਆ। ਪਰਮੇਸ਼ਰ ਨੇ ਤਾਂ ਪੱਥਰਾਂ ਵਿੱਚ ਵੀ ਜੀਵਾਂ ਨੂੰ ਪੈਦਾ ਕਰਕੇ ਉਹਨਾਂ ਦੀ ਰੋਜੀ ਰੋਟੀ ਦਾ ਪ੍ਰਬੰਧ ਕੀਤਾ ਹੋਇਆ। ਇੱਕ ਆਚਾਰਿਆ ਸਨ ਗੁਰੂ ਖਾਲਸਾ ਜੀ, ਵਿਦਿਆਰਥੀਆਂ ਨੂੰ ਪੜ੍ਹਾਇਆ ਕਰਦੇ ਆਪਣੇ ਪਾਠਸ਼ਾਲਾ ਵਿੱਚ। ਨੇਮ ਉਹਨਾਂ ਦਾ ਇਹ ਸੀ ਕਿ ਇੱਕ ਦਿਨ 'ਚ ਜਿੰਨਾ ਕੁ ਭੋਜਨ ਪੱਕਣਾ ਓਨਾ ਕੀ ਰੱਖਣਾ, ਬਾਕੀ ਨਾ ਰੱਖਣਾ, ਸਭ ਦਾਨ ਕਰ ਦੇਣਾ। ਰਾਤ ਨੂੰ ਭਾਂਡੇ ਮੂਧੇ ਮਾਰ ਲੈਣੇ। ਇੱਕ ਦਿਨ ਅਗਲੇ ਦਿਨ ਦੀਵਾਲੀ ਸੀ ਤੇ ਵਿਦਿਆਲੇ ਵਿੱਚ ਬੱਚੇ ਕਹਿਣ ਲੱਗੇ, ਸ਼ਾਸਤਰੀ ਜੀ, ਆਚਾਰਿਆ ਜੀ, ਏਦਾਂ ਕਰੀਏ ਵੀ ਕੱਲ ਦੀਵਾਲੀ ਆ ਤੇ ਕੱਲ ਵਾਸਤੇ ਤਾਂ ਕੁਝ ਰੱਖ ਲਈਏ। ਅੱਜ ਭੋਜਨ ਬਣੇ ਨੇ ਕਈ ਤਰ੍ਹਾਂ ਦੇ। ਕਹਿਣ ਲੱਗੇ, ਨਹੀਂ ਮੈਂ ਆਪਣਾ ਨੇਮ ਨਹੀਂ ਤੋੜਨਾ, ਕੱਲ ਚੜ੍ਹੇਗੀ ਦੀਵਾਲੀ, ਆਏਗੀ ਪਰਮੇਸ਼ਰ ਫਿਰ ਭੇਜ ਦੇਗਾ। ਹੁਣ ਤੱਕ ਵੀ ਤਾਂ ਦੇ ਰਿਹਾ ਹੈ। ਘਰ ਵਾਲੀ ਨੇ ਵੀ ਆਖਿਆ ਕਿ ਆਚਾਰਿਆ ਜੀ ਕੱਲ ਦੀਵਾਲੀ ਆ ਤੇ ਆਪਾਂ ਕੁਝ ਰੱਖ ਲਈਏ ਕੱਲ ਵਾਸਤੇ। ਕਹਿਣ ਲੱਗੇ, ਭਾਗਵਾਨ ਨੇ ਮੈਂ ਆਪਣਾ ਨੇਮ ਨਹੀਂ ਤੋੜਨਾ, ਕੱਲ ਆਵੇਗਾ, ਦਿਨ ਚੜ੍ਹੇਗਾ, ਪਰਮੇਸ਼ਰ ਫੇਰ ਭੇਜ ਦੇਗਾ, ਅੱਜ ਵੰਡ ਦਿਓ ਸਾਰਾ ਕੁਝ ਜੋ ਹੈ। ਬਿਲਕੁਲ ਭਾਂਡੇ ਖਾਲੀ ਕਰਾ ਦਿੱਤੇ। ਅਗਲੇ ਦਿਨ ਆਚਾਰਿਆ ਜੀ ਆਪਣੇ ਜਿੱਥੇ ਵਿਦਿਆਲੇ ਵਿੱਚ ਪੜ੍ਹਾਉਂਦੇ ਸਨ ਉੱਥੇ ਚਲੇ ਗਏ। ਪਰਮੇਸ਼ਰ ਨੇ ਵੀ ਹੁਣ ਪਰਖ ਕਰਨੀ ਹੁੰਦੀ ਹੈ, ਉਹਨੇ ਵੀ ਵੇਖਣਾ ਹੁੰਦਾ ਪਰਖ ਕੇ ਕਿ ਮੇਰਾ ਸੇਵਕ ਮੇਰੇ ਤੇ ਕਿੰਨਾ ਕੁ ਭਰੋਸਾ ਰੱਖਦਾ ਹੈ। ਕਹਿੰਦੇ ਉਸ ਵਕਤ ਭਗਵਾਨ ਨੇ ਲੀਲਾ ਵਰਤਾਈ। ਦੀਵਾਲੀ ਵਾਲੇ ਦਿਨ ਕੋਈ ਆਇਆ ਹੀ ਨਹੀਂ, ਕੋਈ ਰਸਤ ਬਸਤ ਲੈ ਕੇ। ਸਾਰਾ ਦਿਨ ਇਸੇ ਤਰ੍ਹਾਂ ਹੀ ਗੁਜ਼ਰ ਗਿਆ। ਸ਼ਾਮ ਪੈ ਗਈ। ਪੰਡਤ ਜੀ ਬੜੇ ਮਨ 'ਚ ਚਿੰਤਤ ਹੋਏ। ਆਚਾਰਿਆ ਜੀ ਸੋਚਣ ਕਿ ਇਹ ਤਾਂ ਨੇਮ ਟੁੱਟ ਗਿਆ, ਮੇਰੀ ਵੀ ਬੇਇੱਜ਼ਤੀ ਹੋ ਗਈ। ਮੈਂ ਤਾਂ ਬੱਚਿਆਂ ਨੂੰ ਵੀ ਕਿਹਾ ਸੀ, ਘਰ ਵਾਲੀ ਨੂੰ ਵੀ ਕਿਹਾ ਸੀ ਵੀ ਕੱਲ ਦਿਨ ਚੜ੍ਹੇਗਾ, ਪਰਮੇਸ਼ਰ ਭੇਜੇਗਾ। ਅੱਜ ਦੀਵਾਲੀ ਵਾਲੇ ਦਿਨ ਬੱਚਿਆਂ ਨੂੰ ਵੀ ਫਾਕਾ ਕੱਟਣਾ ਪੈਣਾ, ਮੈਨੂੰ ਵੀ ਫਾਕੇ 'ਚ ਰਹਿਣਾ ਪੈਣਾ। ਸ਼੍ਰੀਮਦ ਭਾਗਵਤ ਗੀਤਾ ਦਾ ਇੱਕ ਸ਼ਲੋਕ ਇਹ ਪੜ੍ਹਿਆ ਕਰਦੇ ਸਨ। ਉਹਦੇ 'ਚ ਲਿਖਿਆ ਹੋਇਆ ਸੀ ਕਿ ਪਰਮੇਸ਼ਰ ਨਿਤ ਜੀਵਾਂ ਦੀ ਪਾਲਣਾ ਕਰਦਾ, ਨਿਤ। ਉਹ ਸ਼ਲੋਕ ਪੜ੍ਹਿਆ ਤੇ ਮਨ 'ਚ ਸੋਚਿਆ ਵੀ ਇਹ ਸ਼ਲੋਕ ਭਗਵਾਨ ਕ੍ਰਿਸ਼ਨ ਨੇ ਸਹੀ ਨਹੀਂ ਲਿਖਿਆ,
ਵੀ ਜੇ ਨਿਤ ਪਾਲਣਾ ਕਰਦਾ ਤੇ ਅੱਜ ਦਾ ਦਿਨ ਕਿਵੇਂ ਲੰਘ ਗਿਆ, ਸਾਰਾ ਦਿਨ ਰਾਤ ਪੈ ਗਈ ਹੈ। ਪੈਨਸਲ ਲਈ ਤੇ ਪੈਨਸਲ ਨਾਲ ਗੀਤਾ ਦੇ ਵਿੱਚ ਉਹ ਸ਼ਲੋਕ ਮਿਟਾ ਦਿੱਤਾ ਵੀ ਇਹ ਝੂਠ ਹੈ, ਮੈਂ ਨਹੀਂ ਮੰਨਦਾ, ਇਹ ਸੱਚ ਨਹੀਂ ਹੈ। ਜਦੋਂ ਸ਼ਲੋਕ ਲਿਖ ਰਿਹਾ ਪੈਨਸਲ ਨਾਲ ਮਿਟਾ ਦਿੱਤਾ ਤੇ ਪੈਨਸਲ ਨਾਲ ਮਿਟਾਇਆ ਵੀ ਪੜਿਆ ਜਾਵੇ। ਸਿਆਹੀ ਲਈ ਤੇ ਸਿਆਹੀ ਲੈ ਕੇ ਉੱਤੇ ਪੂਰੀ ਸਿਆਹੀ ਪੋਚ ਦਿੱਤੀ ਵੀ ਇਹ ਪੜਿਆ ਹੀ ਨਾ ਜਾਵੇ, ਉਹ ਸ਼ਲੋਕ ਹੀ ਮਿਟਾ ਦਿੱਤਾ ਗੀਤਾ ਚੋਂ। ਰਾਤ ਸਾਰੀ ਚਿੰਤਾ ਫਿਕਰ ਚ ਆਚਾਰਿਆ ਜੀ ਦੀ ਵਿਦਿਆਲੇ 'ਚ ਹੀ ਲੰਘ ਗਈ। ਅਗਲੇ ਦਿਨ ਸਵੇਰੇ ਭਗਵਾਨ ਨੇ ਬਾਲਕ ਦਾ ਰੂਪ ਧਾਰਨ ਕੀਤਾ ਤੇ ਮੂੰਹ ਮੱਥਾ ਕਾਲਾ ਕੀਤਾ ਹੋਇਆ ਰਸਤਾਂ ਬਸਤਾਂ ਲੈ ਕੇ ਆਚਾਰਿਆ ਦੇ ਘਰ ਉਹਦੀ ਘਰਵਾਲੀ ਕੋਲ ਪਹੁੰਚੇ। ਆਖਿਆ ਜੀ ਸਰੀਰ ਦੇ ਉੱਤੇ ਕਈ ਚੋਟਾਂ ਲੱਗੀਆਂ ਹੋਈਆਂ, ਚਿਹਰਾ ਕਾਲਾ ਕੀਤਾ ਹੋਇਆ। ਤੇ ਜਿਹੜੀ ਆਚਾਰਿਆ ਦੀ ਘਰਵਾਲੀ ਸੀ ਪੁੱਛਦੀ ਆ ਬਾਲਕੇ ਤੇਰੀ ਹਾਲਤ ਕਿਹਨੇ ਕੀਤੀ? ਕਹਿਣ ਲੱਗਾ ਕਿ ਆਚਾਰਿਆ ਜੀ ਨੇ ਮੇਰੀ ਇਹ ਹਾਲਤ ਕੀਤੀ ਹੈ। ਉਹ ਕਹਿਣ ਲੱਗੀ ਵੀ ਆਚਾਰਿਆ ਜੀ ਨੇ ਤੇਰੀ ਹਾਲਤ ਕਹਦੇ ਮੈਂ ਕੱਲ ਦੀਵਾਲੀ ਵਾਲੇ ਦਿਨ ਆਇਆ ਨਹੀਂ ਲੈ ਕੇ ਰਸਤਾਂ ਬਸਤਾਂ, ਤੇ ਆਚਾਰਿਆ ਜੀ ਨੇ ਗੁੱਸੇ ਵਿੱਚ ਆ ਕੇ ਨਾਲੇ ਮੈਨੂੰ ਮਾਰਿਆ ਨਾਲੇ ਮੇਰਾ ਮੂੰਹ ਕਾਲਾ ਕਰ ਦਿੱਤਾ। ਤੇ ਆਹ ਵੇਖੋ ਅੱਜ ਮੈਂ ਰਸਤਾਂ ਬਸਤਾਂ ਲੈ ਆਇਆ, ਇਹ ਰੱਖ ਲਓ ਆਪਣੇ ਕੋਲ। ਉਹਨੇ ਰਸਤਾਂ ਰੱਖੀਆਂ, ਕਹਿੰਦੀ ਲਿਆ ਮੈਂ ਤੇਰਾ ਮੂੰਹ ਧੋ ਦਿਆਂ। ਪਾਣੀ ਲਿਆ ਕੇ ਮੂੰਹ ਤੋਂ ਕਾਲਖ ਧੋਣ ਲੱਗੀ। ਮੂੰਹ ਤਾਂ ਉਸ ਬਾਲਕ ਦਾ ਸਾਫ਼ ਹੋ ਗਿਆ, ਬਾਲਕ ਤਾਂ ਚਲਾ ਗਿਆ। ਇੰਨੇ ਨੂੰ ਆਚਾਰਿਆ ਘਰ ਵਿੱਚ ਆਇਆ ਤੇ ਅੱਗੇ ਪਕਵਾਨ ਪੇ ਬਣਨ, ਪ੍ਰਸ਼ਾਦੇ ਪੱਕ ਕੇ ਤਿਆਰ ਹੋਏ। ਤੇ ਆਚਾਰਿਆ ਕਹਿੰਦਾ ਵੀ ਇਹ ਭੋਜਨ ਕਿੱਥੋਂ ਆਇਆ? ਉਹ ਕਹਿਣ ਲੱਗੀ ਪਤੀ ਦੇਵ ਜੀ ਤੁਸੀਂ ਬੜੇ ਨਿਰਦਈ ਤੇ ਕਸਾਈ ਹੋ, ਵੀ ਤੁਹਾਨੂੰ ਦਇਆ ਨਹੀਂ ਆਈ, ਇੱਕ ਬੱਚੇ ਦਾ ਮੂੰਹ ਕਾਲਾ ਕੀਤਾ, ਉਹਨੂੰ ਮਾਰਿਆ। ਵੀ ਜੇ ਕੱਲ ਉਹ ਨਹੀਂ ਲੈ ਕੇ ਆਇਆ ਰੋਜੀ ਰਸਤਾਂ ਬਸਤਾਂ ਤੇ ਤੁਸੀਂ ਉਹਨੂੰ ਇੰਨਾ ਮਾਰਨਾ ਸੀ ਵੀ ਉਹਦਾ ਮੂੰਹ ਕਾਲਾ ਕਰ ਦਿੱਤਾ। ਉਹ ਕਹਿੰਦੀ ਆਹ ਵੇਖੋ। ਉਹ ਕਹਿਣ ਲੱਗਾ ਵੀ ਮੈਂ ਤਾਂ ਕਿਸੇ ਬਾਲਕ ਨੂੰ ਮਾਰਿਆ ਹੀ ਨਹੀਂ, ਨਾ ਮੈਂ ਕਿਸੇ ਦਾ ਮੂੰਹ ਕਾਲਾ ਕੀਤਾ। ਉਹਨੇ ਅੱਗੋਂ ਹੱਥ ਅੱਗੇ ਕੀਤੇ, ਕਹਿੰਦੀ ਆਹ ਵੇਖ ਖਰੇ ਕਿਹੜੀ ਕਾਲਖ ਤੂੰ ਉਸ ਬੱਚੇ ਦੇ ਮੂੰਹ ਤੇ ਲਾਈ ਆ, ਮੇਰੇ ਹੱਥਾਂ ਤੋਂ ਧੋ ਕੇ ਵੀ ਨਹੀਂ ਪਈ ਲੈਂਦੀ। ਜਦੋਂ ਹੱਥ ਅੱਗੇ ਕੀਤੇ ਤੇ ਉਹਨਾਂ ਹੱਥਾਂ ਦੀ ਕਾਲਖ ਦੇ ਉੱਤੇ ਵੇਖਿਆ ਆਚਾਰਿਆ ਨੇ ਉਹੀ ਸ਼ਲੋਕ ਲਿਖਿਆ ਹੋਇਆ ਸ਼੍ਰੀਮਦ ਭਾਗਵਤ ਗੀਤਾ ਦਾ, ਜਿਹੜਾ ਇਹਨੇ ਸਿਆਹੀ ਨਾਲ ਮਿਟਾਇਆ ਸੀ। ਸਮਝ ਆਈ ਕਿ ਮੈਂ ਉਹ ਕਾਲਖ ਭਗਵਾਨ ਦੇ ਮੂੰਹ ਤੇ ਪੋਚੀ ਸੀ। ਇੱਕਦਮ ਰੋ ਕੇ ਬੇਬਲ ਹੋ ਕੇ ਭਗਵਾਨ ਦੇ ਉਸੇ ਗੀਤਾ ਦੇ ਕੋਲ ਆ ਕੇ ਉਹ ਸ਼ਲੋਕ ਦੁਬਾਰਾ ਲਿਖਿਆ ਕਿ ਪਾਰ ਬ੍ਰਹਮ ਪਰਮੇਸ਼ਰ ਨਿਤ ਸੰਸਾਰ ਦੇ ਜੀਵਾਂ ਦੀ ਪਾਲਣਾ ਕਰਦਾ ਹੈ। ਉਹ ਨਿਤ ਨਿਤ ਜਿਹੜੇ ਸੰਭਾਲੀ ਹਨ, ਸੰਸਾਰ ਦੇ ਸਮਸਤ ਜੀਵਾਂ ਨੂੰ ਨਿਤ ਸੰਭਾਲਦਾ ਹੈ, ਸੰਸਾਰ ਦੇ ਸਮਸਤ ਜੀਵਾਂ ਦੀ ਨਿਤ ਪਾਲਣਾ ਕਰਦਾ ਹੈ। ਕਲਗੀਧਰ ਸਵਾਮੀ ਜੀ ਦੇ ਬਚਨ ਨੇ, ਦੀਨਨ ਕੀ ਪ੍ਰਤਪਾਲ ਕਰੈ ਨਿਤ ਸੰਤ ਉਭਾਰ, ਗਨੀਮਨ ਗਾਰੈ ਪਛ ਪਸ਼ੂ ਨਗ ਨਾਗ ਨਰਾਦਪ, ਸਰਬ ਸਮੈ ਸਭ ਕੋ ਪ੍ਰਤਪਾਰੈ। ਪੋਖਤ ਹੈ ਜਲ ਮੈਂ ਥਲ ਮੈਂ ਪਲ ਕੇ ਕਲ ਕੇ ਨਹੀਂ ਕਰਮ ਵਿਚਾਰੈ, ਦੀਨ ਦਿਆਲ ਦਇਆਨਿਧ ਦੋਖਨ ਦੇਖਤ ਹੈ ਪਰ ਦੇਤ ਨਾ ਹਾਰੈ। ਮਹਾਰਾਜ ਜੀ ਕਹਿੰਦੇ ਪੰਡਤ ਜੀ ਜਦੋਂ ਸੱਚ ਬੋਲੋਗੇ, ਭਜਨ ਕਰੋਗੇ ਪਰਮੇਸ਼ਰ ਦਾ, ਆਪਣੀ ਰੋਜੀ ਦਾ ਤੇ ਪਰਿਵਾਰ ਦੀ ਪਾਲਣਾ ਦੀ ਫਿਕਰ ਨਾ ਕਰਿਓ। ਉਹ ਪਾਰ ਬ੍ਰਹਮ ਪਰਮੇਸ਼ਰ ਅਕਾਲ ਪੁਰਖ ਤੁਹਾਡੀ ਪਾਲਣਾ ਕਰੇਗਾ, ਉਹ ਪਾਲਣਹਾਰ ਹੈ। ਕਰਵਾਵੇਂ ਸ਼੍ਰੀ ਪ੍ਰਭ ਗੁਜਰਾਨਾ, ਪਰਮੇਸ਼ਰ ਤੇਰੀ ਗੁਜਰਾਨ ਕਰਾਵੇਗਾ। ਪਖੰਡ ਨਾਲ ਗੁਜਰਾਨ ਨਹੀਂ ਜੇ ਚੱਲਣੀ। ਇਹ ਜ਼ਹਿਰ ਹੈ ਜਿਹੜਾ ਤੂੰ ਵੀ ਖਾ ਰਿਹਾ ਹੈ, ਪਖੰਡ ਕਰਕੇ ਕੀਤਾ ਹੋਇਆ ਇਹ ਜ਼ਹਿਰ ਇਕੱਠਾ ਆਪਣੇ ਬੱਚਿਆਂ ਨੂੰ ਵੀ ਖਵਾ ਰਿਹਾ। ਪੰਡਤ ਇਹ ਯੋਗ ਨਹੀਂ। ਜਦੋਂ ਸੱਚ ਬੋਲੇਗਾ, ਭਜਨ ਕਰੇਗਾ, ਧਰਮੀ ਕਰਮੀ ਹੋ ਕੇ ਚੱਲੇਗਾ ਤੇ ਪਰਮੇਸ਼ਰ ਤੇਰੇ ਪਰਿਵਾਰ ਦੀ ਗੁਜਰਾਨ ਕਰਵਾਵੇਗਾ। ਜੋ ਕਰਤਾ ਸਭ ਕੀ ਪ੍ਰਤਪਾਰਾ, ਕਿਆ ਤੁਮਕੋ ਨੈ ਦੇਤੇ ਆਹਾਰਾ। ਪਾਤਸ਼ਾਹ ਕਹਿੰਦੇ ਪੰਡਤ ਜੀ ਜਿਹੜਾ ਉਹ ਕਰਤਾ ਪੁਰਖ ਪਰਮੇਸ਼ਰ ਸਭ ਦੀ ਪਾਲਣਾ ਕਰਨ ਵਾਲਾ, ਕਿ ਉਹ ਤੈਨੂੰ ਰੋਜੀ ਨਾ ਦੇਵੇਗਾ? ਤੇਰੇ ਨਾਲ ਉਹਦਾ ਵੈਰ ਥੋੜੀ ਹੈ ਕਿ ਤੈਨੂੰ ਨਹੀਂ ਦੇਣਾ ਉਹਨੇ। ਤੁਮ ਦਾਤੇ ਠਾਕੁਰ ਪ੍ਰਤਪਾਲਕ, ਨਾਇਕ ਖਸਮ ਹਮਾਰੇ, ਨਿਮਖ ਨਿਮਖ ਤੁਮ ਹੀ ਪ੍ਰਤਪਾਲੋ, ਹਮ ਬਾਰਕ ਤੁਮਰੇ ਧਾਰੇ।
ਉਹ ਅਕਾਲ ਪੁਰਖ ਵਾਹਿਗੁਰੂ ਪਾਰ ਬ੍ਰਹਮ ਪਰਮੇਸ਼ਰ ਸੰਸਾਰ ਦੇ ਸਮਸਤ ਜੀਵਾਂ ਨੂੰ ਪਾਲਦਾ ਹੈ ਕਿ ਉਹ ਤੈਨੂੰ ਨਾ ਪਾਲੇਗਾ, ਕਿ ਉਹ ਤੈਨੂੰ ਰੋਜੀ ਨਾ ਦੇਵੇਗਾ। ਦੋਹਰਾ ਦਿਜ ਕੈ ਕੂਰ ਬਹੀਨ ਜਗ ਚਲੇ ਨ ਕਬ ਗੁਜਰਾਨ। ਪੰਡਤ ਬੋਲਿਆ ਅੱਗੋਂ, ਕਹਿੰਦਾ ਮਹਾਰਾਜ ਜੀ ਸੰਤ ਜੀ ਗੱਲਾਂ ਤੁਹਾਡੀਆਂ ਠੀਕ ਨੇ, ਸੁਣਨ ਨੂੰ ਚੰਗੀਆਂ ਲੱਗਦੀਆਂ, ਪਰ ਮੈਂ ਤੁਹਾਨੂੰ ਸੱਚਾਈ ਇਹ ਦੱਸਦਾ ਕਿ ਸੰਸਾਰ ਵਿੱਚ ਝੂਠ ਬੋਲੇ ਬਿਨਾਂ ਗੁਜ਼ਾਰਾ ਨਹੀਂ ਚੱਲਦਾ, ਝੂਠ ਬੋਲੇ ਬਿਨਾਂ ਗੁਜਰਾਨ ਨਹੀਂ ਚੱਲਦਾ। ਇਹ ਜਵਾਬ ਜੋ ਪੰਡਤ ਜੀ ਦੇ ਰਹੇ ਨੇ ਅੱਜ ਕੱਲ ਬੜੇ ਲੋਕ ਦਿੰਦੇ ਐ, ਦੁਕਾਨਾਂ ਤੇ ਬੈਠੇ ਦੁਕਾਨਦਾਰ ਵੀ ਇਹੀ ਕਹਿੰਦੇ ਹੁੰਦੇ ਐ, ਵਪਾਰੀ ਵਪਾਰ ਕਰਨ ਵਾਲੇ ਵੀ ਕਹਿੰਦੇ ਕੀ ਕਰੀਏ ਜੀ, ਝੂਠ ਬੋਲੇ ਬਿਨਾਂ ਕੰਮ ਹੀ ਨਹੀਂ ਚੱਲਦਾ। ਝੂਠ ਦਾ ਬੋਲਣਾ ਹੀ ਪੈਂਦਾ ਜੀ, ਸਾਡਾ ਤਾਂ ਕੰਮ ਹੀ ਇਹੋ ਜਿਹਾ ਜੀ, ਦਿਨ 'ਚ ਕਈ ਝੂਠ ਬੜੇ ਮਾਣ ਨਾਲ ਦੱਸਦੇ ਹੁੰਦੇ ਐ ਜੀ, ਸਾਡਾ ਤਾਂ ਕੰਮ ਹੀ ਇਹ ਹੈ ਜੀ, ਦਿਨ 'ਚ ਕਈ ਝੂਠ ਬੋਲਣੇ ਹੁੰਦੇ ਹੈ। ਜਿਵੇਂ ਜਿਹਨੂੰ ਦੱਸ ਰਹੇ ਨੇ ਉਹਨੇ ਨੂੰ ਸਿਰੇ ਪਾਓ ਦੇਣਾ ਹੋਵੇ ਵੀ ਬੜਾ ਵਧੀਆ ਕੰਮ ਕਰਦਾ, ਕਿ ਦਿਨ 'ਚ ਕਈ ਝੂਠ ਤੈਨੂੰ ਬੋਲਣੇ ਪੈਂਦੇ ਆ, ਤੈਨੂੰ ਸਿਰੇ ਪਾਓ ਦੇਣਾ ਚਾਹੀਦਾ। ਖਾਲਸਾ ਜੀ ਇਹ ਬਹਾਨਾ ਬਹੁਤਿਆਂ ਦੀ ਜ਼ੁਬਾਨ ਤੇ ਆ, ਜੋ ਪੰਡਤ ਜੀ ਵੀ ਦੱਸ ਰਹੇ ਨੇ। ਕਹਿਣ ਲੱਗਾ ਮਹਾਰਾਜ ਝੂਠ ਬੋਲੇ ਬਿਨਾਂ ਇਹ ਸੰਸਾਰ ਵਿੱਚ ਗੁਜਰਾਨ ਨਹੀਂ ਹੁੰਦਾ, ਝੂਠ ਬੋਲੇ ਬਿਨਾਂ ਗੁਜ਼ਾਰਾ ਕਿਵੇਂ ਚੱਲੇਗਾ, ਹੋ ਹੀ ਨਹੀਂ ਸਕਦਾ। ਸਭ ਪਖੰਡ ਕੋ ਪੂਜਈ ਸਾਚ ਨ ਸਕੇ ਪਛਾਨ। ਕਲਯੁਗ ਦਾ ਸਮਾਂ ਹੈ ਸੰਤ ਜੀ, ਇੱਥੇ ਸਭ ਪਖੰਡ ਦੀ ਪੂਜਾ ਕਰਦੇ ਨੇ, ਜਿੱਥੇ ਵਿਖਾਵਾ ਹੋਵੇ ਪਖੰਡ ਹੋਵੇ ਉਹਦੀ ਪੂਜਾ ਹੁੰਦੀ ਹੈ, ਇੱਥੇ ਸੱਚ ਨੂੰ ਨਹੀਂ ਕੋਈ ਪਛਾਣਦਾ, ਇੱਥੇ ਪਖੰਡ ਦੀ ਪੂਜਾ ਹੁੰਦੀ ਹੈ। ਚੌਪਈ ਝੂਠ ਬੋਲ ਬਾतें ਬਹੁ ਜਾਣੇ। ਝੂਠ ਬੋਲਣ ਕਰਕੇ ਬਹੁਤੀਆਂ ਗੱਲਾਂ ਜਾਣੀਆਂ ਜਾਂਦੀਆਂ ਨੇ, ਕਿਉਂਕਿ ਜਿਹੜਾ ਬੰਦਾ ਝੂਠ ਬੋਲਦਾ ਉਹ ਬਹੁਤੀਆਂ ਬਾਤਾਂ ਕਰ ਕਰਕੇ ਲੋਕਾਂ ਨੂੰ ਰਝਾਉਂਦਾ ਹੈ। ਭੇਖ ਦੰਭ ਕੋ ਨਰ ਸਨਮਾਨੇ। ਆ ਜਿਹੜਾ ਪਖੰਡ ਵਾਲਾ ਭੇਖ ਹੈ, ਇਹੋ ਜੇ ਭੇਖ ਨੂੰ ਵੇਖ ਕੇ ਲੋਕ ਬੜਾ ਸਨਮਾਨ ਦਿੰਦੇ ਆ, ਬੜਾ ਸਤਿਕਾਰ ਦਿੰਦੇ, ਕਹਿੰਦੇ ਵਾਹ ਜੀ ਵਾਹ, ਪੰਡਤ ਜੀ ਨੇ 12 ਤਿਲਕ ਲਾਏ ਨੇ ਸਰੀਰ ਤੇ, ਬੜਾ ਸੋਹਣਾ ਭੇਖ ਧਾਰਨ ਕੀਤਾ ਹੋਇਆ ਜੀ। ਕਹਿੰਦਾ ਜੀ ਇਹੋ ਜਿਹਾ ਭੇਖ ਵੇਖ ਕੇ ਲੋਕ ਪਖੰਡ ਵਾਲਾ ਬੜਾ ਹੀ ਸਨਮਾਨ ਤੇ ਆਦਰ ਦਿੰਦੇ ਹਨ। ਹੇਤ ਜੀਵ ਕਾ ਕੀਨ ਬਣਾਉ। ਮੈਂ ਇਹ ਭੇਖ ਆਪਣੀ ਜੀਵਕਾ ਵਾਸਤੇ ਬਣਾਇਆ ਹੈ, ਆਪਣਾ ਪੇਟ ਤੇ ਆਪਣੇ ਟੱਬਰ ਦੇ ਪਾਲਣ ਵਾਸਤੇ ਬਣਾਇਆ ਹੈ। ਸੋ ਕਿਨ ਲੀਨੋ ਕਰਨੇ ਪਾਉ। ਮੇਰਾ ਉਹ ਭੇਖ ਜਿਹੜਾ ਸੀ ਉਹਦੇ ਵਿੱਚੋਂ ਅੱਧਾ ਹਿੱਸਾ, ਯਾਨੀ ਕਿ ਜਿਹੜਾ ਸਾਲਗ੍ਰਾਮ ਸੀ, ਚੌਂਕੀ ਸੀ, ਬੜੀ ਕੀਮਤੀ ਸੀ, ਨਾਲ ਉਹਦੇ ਰੁਪਈਏ ਪੈਸੇ ਸਨ, ਉਹ ਕਿਸੇ ਨੇ ਛੁਪਾ ਲਏ ਨੇ, ਲੁਕਾ ਲਏ ਨੇ, ਜੇ ਉਹ ਮੈਨੂੰ ਨਾ ਮਿਲਿਆ। ਸ਼੍ਰੀ ਗੁਰ ਕਹੇ ਦਿਜ ਤੂੰ ਬ੍ਰਿਤ ਰੋਕਤ। ਤੇ ਮਹਾਰਾਜ ਜੀ ਮੇਰਾ ਕੰਮ ਔਖਾ ਹੋ ਜਾਣਾ। ਮਹਾਰਾਜ ਸੱਚੇ ਪਾਤਸ਼ਾਹ ਫਿਰ ਬੋਲੇ, ਕਹਿੰਦੇ ਪੰਡਤ ਤੂੰ ਤਾਂ ਬਿਰਤੀ ਰੋਕਦਾ ਸੀ ਆਪਣੀ, ਤੂੰ ਤਾਂ ਕਹਿੰਦਾ ਸੀ ਮੈਂ ਆਪਣੀ ਬਿਰਤੀ ਰੋਕਦਾ ਹਾਂ। ਧਰਤ ਧਿਆਨ ਤ੍ਰੈ ਲੋਕ ਬਿਲੋਕਤ। ਔਰ ਬਿਰਤੀ ਰੋਕ ਕੇ ਧਿਆਨ ਧਾਰਨ ਕਰਕੇ ਤਿੰਨਾਂ ਲੋਕਾਂ ਵਿੱਚ ਵੇਖਦਾ ਕਿੱਥੇ ਕੀ ਹੋ ਰਿਹਾ ਹੈ। ਜੈ ਬੈਠਿਓ ਤੂੰ ਧਨ ਤੈਂ ਗਾੜਿਓ। ਜਿੱਥੇ ਤੂੰ ਬੈਠਾ ਤੇਰਾ ਧਨ ਉੱਥੇ ਹੀ ਜ਼ਮੀਨ ਦੇ ਵਿੱਚ ਥੱਲੇ ਗੱਡਿਆ ਹੋਇਆ ਹੈ। ਪਾਤਸ਼ਾਹ ਕਹਿੰਦੇ ਜਿੱਥੇ ਤੂੰ ਬੈਠਾ ਨਾ ਤੇਰਾ ਧਨ ਇਸੇ ਜ਼ਮੀਨ ਦੇ ਵਿੱਚ ਥੱਲੇ ਗੱਡਿਆ ਹੋਇਆ ਹੈ। ਉਤੀ ਜੇ ਸੁਧ ਤੈਂ ਕਾਹੇ ਛਾੜਿਓ। ਜੇ ਤੈਨੂੰ ਇਹਦੀ ਸੁਧ ਹੁੰਦੀ, ਮਹਾਰਾਜ ਜੀ ਕਹਿੰਦੇ ਤੂੰ ਕਹਿਣਾ ਵੀ ਮੈਂ ਤਿੰਨਾਂ ਲੋਕਾਂ ਵਿੱਚ ਵੇਖਦਾ। ਪਾਤਸ਼ਾਹ ਕਹਿੰਦੇ ਹਜ਼ਾਰਾਂ ਨਹੀਂ ਲੱਖਾਂ ਰੁਪਈਆ ਤਾਂ ਲੋਕਾਂ ਨੇ ਧਰਤੀ ਵਿੱਚ ਹੀ ਗੱਡਿਆ ਹੋਇਆ। ਪੁਰਾਣੇ ਸਮਿਆਂ ਵਿੱਚ ਅਕਸਰ ਲੋਕ ਜ਼ਮੀਨ ਪੁੱਟ ਕੇ ਜ਼ਮੀਨ ਵਿੱਚ ਹੀ ਆਪਣਾ ਧਨ ਸੰਪਦਾ ਵਿਭੂਤੀ ਰੱਖਿਆ ਕਰਦੇ ਸੀ, ਬੈਂਕਾਂ ਦੀ ਵਿਵਸਥਾ ਨਹੀਂ ਸੀ ਹੁੰਦੀ। ਮਹਾਰਾਜ ਜੀ ਕਹਿੰਦੇ ਕਿੰਨੇ ਲੋਕਾਂ ਨੇ ਧਰਤੀ ਵਿੱਚ ਥੱਲੇ ਜ਼ਮੀਨ 'ਚ ਧਨ ਗੱਡਿਆ। ਜੇ ਤੈਨੂੰ ਤਿੰਨਾਂ ਲੋਕਾਂ ਦੀ ਸੋਝੀ ਹੁੰਦੀ ਤੇ ਜ਼ਮੀਨ ਪੁੱਟ ਕੇ ਥੱਲਿਓਂ ਧਨ ਨਾ ਕੱਢ ਲੈਂਦਾ ਤੈਂ। ਹਾਂਜੀ, ਧਰਨੀ ਖੁਨ ਕਹਿ ਦੇਖੋ ਪਾਛੇ। ਆ ਵੇਖ ਆਪਣੇ ਪਿਛਲੇ ਪਾਸੇ ਧਰਤੀ ਪੁੱਟ ਕੇ। ਜੇ ਤੇਰੇ ਉਰ ਸੁਧ ਨੇ ਆਛੇ। ਜੇ ਤੈਨੂੰ ਸੁਧ ਨਹੀਂ ਤੇ ਅਸੀਂ ਦੱਸ ਦਿੰਨੇ ਆ ਵੀ ਤੇਰੀ ਚੌਂਕੀ ਤੇਰਾ ਧਨ ਕਿੱਥੇ ਹੈ,
ਤੇਰੇ ਪਿਛਲੇ ਪਾਸੇ ਆਪਣੇ ਜ਼ਮੀਨ ਪੁੱਟ ਕੇ ਵੇਖ। ਸੁਨ ਕੈ ਧਨ ਕੋ ਕਰ ਅਨੁਰਾਗਾ। ਸੁਣਦਿਆਂ ਪੰਡਤ ਦੀ ਜਿੰਦ 'ਚ ਜਾਨ ਪੈ ਗਈ ਕਿ ਮੇਰਾ ਧਨ ਮਿਲਣ ਵਾਲਾ ਹੈ। ਇੱਕਦਮ ਬੜਾ ਅਨੁਰਾਗ ਕਰਕੇ ਧਨ ਨਾਲ ਪੀਛੇ ਧਰਾ ਖੁਨਨ ਦਿਜ ਲਾਗਾ। ਆਪਣੇ ਪਿਛਲੇ ਪਾਸਿਓਂ ਜ਼ਮੀਨ ਪੁੱਟਣ ਲੱਗਾ, ਖੋਦਣ ਲੱਗਾ। ਦੋਹਰਾ ਦਰਬ ਨਿਕਾਸ ਹੈਰਾਨ ਪਾ ਅੰਤਰਯਾਮੀ ਚੀਨ। ਇਹਦੇ ਜਿਹੜੇ ਪੈਸੇ ਸੀ, ਰੁਪਈਏ, ਉਹ ਸਾਰੇ ਥੱਲਿਓਂ ਜ਼ਮੀਨ 'ਚੋਂ ਨਿਕਲ ਆਏ। ਤੇ ਜਦੋਂ ਬਾਹਰ ਕੱਢ ਕੇ ਵੇਖਿਆ ਤੇ ਮਨ 'ਚ ਇਹਨੇ ਜਾਣਿਆ ਵੀ ਇਹ ਸੰਤ ਜੀ ਅੰਤਰਜਾਮੀ ਨੇ। ਇਹਨਾਂ ਨੇ ਤਾਂ ਝੱਟ ਜਾਣ ਲਿਆ, ਬੁੱਝ ਲਿਆ ਹੈ ਕਿ ਮੇਰਾ ਧਨ ਕਿੱਥੇ ਹੈ। ਬਿਗਸੇ ਸ਼੍ਰੀ ਗੁਰ ਬਦਨ ਤੇ ਸ਼ਬਦ ਬਖਾਨਨ ਕੀਨ। ਜਦੋਂ ਪੰਡਤ ਦੀ ਇਹ ਦਸ਼ਾ ਗੁਰੂ ਨਾਨਕ ਸਾਹਿਬ ਨੇ ਵੇਖੀ ਵੀ ਕਿਵੇਂ ਅਨੁਰਾਗ ਕੀਤਾ, ਇਹਨੇ ਇੱਕਦਮ ਜ਼ਮੀਨ ਪੁੱਟਣ ਲੱਗ ਪਿਆ ਕਾਲੀ ਕਾਲੀ ਨਾਲ। ਮੇਰੇ ਪੈਸੇ ਇੱਥੇ ਹੈ। ਇਹ ਨਹੀਂ ਪੁੱਛਿਆ ਵੀ ਮੇਰਾ ਸਾਲਗ੍ਰਾਮ ਕਿੱਥੇ ਹੈ ਜਿਹਦੀ ਮੈਂ ਪੂਜਾ ਕਰਦਾ। ਪੈਸਿਆਂ ਦੀ ਫਿਕਰ ਵੱਧ ਸੀ। ਮਹਾਰਾਜ ਜੀ ਨੇ ਵੇਖਿਆ ਤੇ ਵੇਖ ਕੇ ਗਰੀਬ ਨਵਾਜ ਪਾਤਸ਼ਾਹ ਕਹਿੰਦੇ, ਮਰਦਾਨਿਆਂ, ਰਬਾਬ ਛੇੜ ਬਾਣੀ ਆਈ ਹੈ। ਪਖੰਡ ਦੀ ਰਚਨਾ ਵੇਖ ਕੇ ਜਗਤ ਦੀ ਮੇਰੇ ਪਾਤਸ਼ਾਹ ਦੇ ਪਾਕ ਤੇ ਪਵਿੱਤਰ ਹਿਰਦੇ ਵਿੱਚ ਨਿਰੰਕਾਰ ਦੇ ਦੇਸ਼ ਵਿੱਚੋਂ ਬਾਣੀ ਆਈ ਹੈ। ਸੁਣੋ ਜੀ। ਤਨਾਸਰੀ ਮਹੱਲਾ ਪਹਿਲਾ ਘਰ ਤੀਜਾ। ਇੱਕ ਓੰਕਾਰ ਸਤਿਗੁਰ ਪ੍ਰਸਾਦ। ਤਨਾਸਰੀ ਰਾਗ ਵਿੱਚ ਪਾਤਸ਼ਾਹ ਨੇ ਸ਼ਬਦ ਉਚਾਰਨ ਕੀਤਾ। ਪਹਿਲੇ ਪਾਤਸ਼ਾਹ ਮਹੱਲਾ ਪਹਿਲਾ। ਮਹੱਲਾ ਇਹ ਅਰਬੀ ਫਾਰਸੀ ਦਾ ਸ਼ਬਦ ਹੈ। ਮਹੱਲਾ ਇਹਦਾ ਮਤਲਬ ਹੁੰਦਾ ਹਲੂਲ ਕਰਨਾ। ਹਲੂਲ ਯਾਨੀ ਕਿ ਮਿਲ ਜਾਣਾ। ਪਰਮੇਸ਼ਰ ਦੀ ਜੋਤ ਗੁਰੂ ਨਾਨਕ ਸਾਹਿਬ ਵਿੱਚ ਹਲੂਲ ਹੋਈ, ਮਿਲੀ ਤੇ ਬਣਿਆ ਮਹੱਲਾ ਪਹਿਲਾ। ਉਹ ਅਸਥਾਨ ਜਿੱਥੇ ਪਰਮੇਸ਼ਰ ਦੀ ਜੋਤ ਆ ਕੇ ਬਿਰਾਜਮਾਨ ਹੋਈ। ਜੋਤ ਰੂਪ ਹਰਿ ਆਪ ਗੁਰੂ ਨਾਨਕ ਕਹਾਇਓ। ਇਸ ਕਰਕੇ ਮਹੱਲਾ ਪਹਿਲਾ। ਪੰਥ ਨੇ ਫੈਸਲਾ ਕੀਤਾ, ਅਕਾਲ ਤਖਤ ਸਾਹਿਬ ਮਤਾ ਪਾਸ ਹੋਇਆ ਕਿ ਮਹੱਲਾ ਉਚਾਰਨ ਕਰਨਾ, ਨਾ ਕਿ ਮਹਿਲਾ। ਆਮ ਕਈ ਵੀਰ ਮਹਿਲਾ ਉਚਾਰਨ ਕਰ ਦਿੰਦੇ ਨੇ ਜਾਂ ਮਹੱਲਾ ਉਚਾਰਨ ਕਰਦੇ ਨੇ। ਮਹੱਲਾ ਸ਼ਬਦ ਉਚਾਰਨ ਕਰਨਾ। ਇਹ ਪੁਰਾਤਨ ਸਿੰਘਾਂ ਨੇ, ਸਾਡਿਆਂ ਨੇ, ਪੰਥ ਦੇ ਬਜ਼ੁਰਗਾਂ ਨੇ ਪਹਿਲਾਂ ਇਹ ਮਤਾ ਪਾਸ ਕੀਤਾ ਹੋਇਆ। ਤੋ ਮਹੱਲਾ ਪਹਿਲਾ ਪਹਿਲੇ ਪਾਤਸ਼ਾਹ ਧੰਨ ਗੁਰੂ ਨਾਨਕ ਸਾਹਿਬ ਦਾ ਉਚਾਰਿਆ ਸ਼ਬਦ ਹੈ। ਘਰ ਤੀਜਾ, ਤੀਜੇ ਘਰ ਸੁਰਤਾਲ ਵਿੱਚ ਸ਼ਬਦ ਨੂੰ ਗਾਇਨ ਕਰਨਾ ਹੈ। ਮੰਗਲਾਚਰਨ ਕਰਦੇ ਨੇ। ਅਕਾਲ ਪੁਰਖ ਇੱਕ ਅਦੁੱਤੀ ਹੈ, ਜਿਸ ਵਰਗਾ ਕੋਈ ਦੂਜਾ ਨਹੀਂ। ਇੱਕ ਇੱਕ ਦਾ ਮਤਲਬ ਜਿਸ ਵਰਗਾ ਕੋਈ ਦੂਜਾ ਨਹੀਂ ਹੈ। ਅਦੁੱਤੀ ਓੰਕਾਰ ਜੋ ਸਾਰਿਆਂ ਵਿੱਚ ਵਿਆਪਕ ਔਰ ਸਰਬ ਦਾ ਪ੍ਰਕਾਸ਼ਕ ਹੈ। ਪੈਦਾ ਕਰਦਾ, ਪਾਲਦਾ ਹੈ ਔਰ ਸੰਘਾਰਦਾ ਹੈ। ਉਹਨੂੰ ਕਹਿੰਦੇ ਨੇ ਓੰਕਾਰ। ਓੰਕਾਰ ਬ੍ਰਹਮਾ ਉਤਪਾਤ। ਓੰਕਾਰ ਕੀਆ ਜਿਨ ਚੇਤ। ਓੰਕਾਰ ਸੈਲ ਜੁਗ ਭਏ। ਓੰਕਾਰ ਵੇਦ ਨਿਰਮਏ। ਓੰਕਾਰ ਦਾ ਹੀ ਇਹ ਸਾਰਾ ਪਸਾਰਾ ਹੈ। ਕਲਗੀਧਰ ਸੁਆਮੀ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਵੀ ਬਚਨ ਲਿਖਦੇ ਹੈ ਕਿ ਓੰਕਾਰ ਪੂਰ ਧੁਨ ਲਹਾ ਤਾਤੇ ਪ੍ਰਚਰ ਜਗਤ ਬਹੁ। ਇਹ ਸਾਰਾ ਸੰਸਾਰ ਓੰਕਾਰ ਦੇ ਜਾਪ ਤੋਂ ਪੈਦਾ ਹੋਇਆ। ਅਕਾਲ ਪੁਰਖ ਨੇ ਜਦੋਂ ਕਿਹਾ ਇੱਕ ਓੰਕਾਰ, ਤਾਂ ਇਹ ਸਾਰਾ ਸੰਸਾਰ ਬਣਿਆ। ਓੰਕਾਰ ਪੈਦਾ ਕਰਨ ਵਾਲਾ ਹੈ। ਓੰਕਾਰ ਜੋ ਸਰਬ ਦਾ ਪ੍ਰਕਾਸ਼ਕ ਹੈ, ਉਹਨੂੰ ਕਹਿੰਦੇ ਨੇ ਓੰਕਾਰ। ਸੰਸਕ੍ਰਿਤ ਦਾ ਆਵ ਧਾਤੂ ਹੈ। ਆਵ ਧਾਤੂ ਤੋਂ ਬਣਿਆ ਹੈ ਓੰਕਾਰ। ਆਵ ਧਾਤੂ ਦਾ ਅਰਥ ਹੁੰਦਾ ਰੱਖਿਆ ਕਰਨੇ ਵਾਲਾ। ਜਿਸ ਦਾ ਉਚਾਰਨ ਕਰੀਏ ਤੇ ਰੱਖਿਆ ਕਰੇ, ਉਹਨੂੰ ਕਹਿੰਦੇ ਨੇ ਓੰਕਾਰ। ਜਦੋਂ ਓੰਕਾਰ ਦਾ ਉਚਾਰਨ ਕਰੀਏ ਤੇ ਉਹ ਸਾਡੀ ਰੱਖਿਆ ਕਰਦਾ ਹੈ। ਸਾਡੀ ਰੱਖਿਆ ਕਰਨ ਵਾਲਾ ਰਾਖਾ ਏਕ ਹਮਾਰਾ ਸੁਆਮੀ ਸਗਲ ਘਟਾਂ ਕਾ ਅੰਤਰਜਾਮੀ। ਤੂੰ ਮੇਰਾ ਰਾਖਾ ਸਭਨੀ ਥਾਈ। ਜਿਹੜਾ ਸਾਰਿਆਂ ਦਾ ਰਖਵਾਲਾ ਹੈ, ਉਹਨੂੰ ਕਹਿੰਦੇ ਨੇ ਓੰਕਾਰ।
ਸਤਿਗੁਰ ਪ੍ਰਸਾਦ। ਸਤ ਦਾ ਉਪਦੇਸ਼ ਦੇਣ ਵਾਲੇ ਗੁਰੂ ਦੀ ਕਿਰਪਾ ਦੁਆਰਾ ਉਸ ਓੰਕਾਰ ਸਵਰੂਪ ਦੀ ਪ੍ਰਾਪਤੀ ਹੁੰਦੀ ਹੈ। ਜੋ ਸਤਿਗੁਰੂ ਉਪਦੇਸ਼ ਦਿੰਦੇ ਨੇ, ਗੁਰਦੇਵ ਦੀ ਕਿਰਪਾ ਦੁਆਰਾ, ਸਤ ਦਾ ਉਪਦੇਸ਼ ਦੇਣ ਵਾਲੇ ਗੁਰੂ ਦੀ ਕਿਰਪਾ ਦੁਆਰਾ, ਪ੍ਰਸਾਦ ਕਹਿੰਦੇ ਨੇ ਕਿਰਪਾ ਨੂੰ, ਕਿਰਪਾ ਦੁਆਰਾ ਉਸ ਪਾਰ ਬ੍ਰਹਮ ਪਰਮੇਸ਼ਰ ਦੇ ਸਰੂਪ ਦੀ ਪ੍ਰਾਪਤੀ ਹੁੰਦੀ ਹੈ। ਕਾਲ ਨਾਈ ਜੋਗ ਨਾਈ, ਨਾਈ ਸਤ ਕਾ ਢੱਬ। ਮਹਾਰਾਜ ਜੀ ਕਹਿੰਦੇ ਹੁਣ ਕਾਲ ਨਹੀਂ, ਸਮਾਂ ਨਹੀਂ ਹੈ ਯੋਗ ਦਾ। ਹੁਣ ਯੋਗ ਦੀ ਕੋਈ ਸਾਧਨਾ ਕਰੇ, ਹੁਣ ਇਹ ਸਮੇਂ ਵਿੱਚ ਯੋਗ ਨਹੀਂ ਹੁੰਦਾ। ਅੱਜ ਦੇ ਇਸ ਸਮੇਂ 'ਚ ਯੋਗ ਵੀ ਵਪਾਰ ਬਣ ਗਿਆ। ਔਰ ਜਿਹੜਾ ਅੱਜ ਦੇ ਸਮੇਂ ਦੇ ਵਿੱਚ ਯੋਗ ਨੇ ਵਪਾਰ ਕੀਤਾ, ਕਮਾਲ ਦਾ ਵਪਾਰ ਹੈ ਉਸ ਯੋਗੀ ਦਾ, ਕਿ ਉਹਨੇ ਯੋਗ ਦੇ ਬਲ ਦੇ ਨਾਲ ਹੀ ਐਡਾ ਵੱਡਾ ਵਪਾਰ ਕੀਤਾ ਕਿ ਉਹਦਾ ਧੰਦਾ ਹੀ ਯੋਗ ਦੇ ਨਾਲ ਚੱਲ ਰਿਹਾ ਹੈ। ਹਾਲਾਂਕਿ ਯੋਗ ਸੀ, ਪਤੰਜਲੀ ਜੀ ਨੇ ਜਦੋਂ ਯੋਗ ਉਚਾਰਨ ਕੀਤਾ, ਯੋਗ ਸ਼ਾਸਤਰ ਦੀ ਰਚਨਾ ਕੀਤੀ, ਉਹਨਾਂ ਤੇ ਸੋਚ ਕੇ ਕੀਤੀ ਹੋਣੀ ਹੈ ਵੀ ਇਸ ਯੋਗ ਸ਼ਾਸਤਰ ਦੀ, ਯੋਗ ਦੀ ਪ੍ਰਕਿਰਿਆ ਦੁਆਰਾ ਯੋਗੀ ਪ੍ਰਮਾਤਮਾ ਨਾਲ ਜੁੜਿਆ ਕਰਨਗੇ। ਪਰ ਉਹਨਾਂ ਨੇ ਇਹ ਨਹੀਂ ਸੋਚਿਆ ਹੋਣਾ ਉਸ ਵਕਤ ਕਿ ਮੇਰੇ ਇਸ ਯੋਗ ਸ਼ਾਸਤਰ ਦੇ ਬਲ ਦੇ ਨਾਲ ਲੋਕ ਵਪਾਰ ਕਰਨਗੇ, ਧੰਦਾ ਕਰਨਗੇ, ਕਿ ਯੋਗ ਦੇ ਨਾਲ ਤੁਹਾਡੀ ਕਾਇਆ ਨਿਰੋਗ ਕਰਾਂਗੇ, ਤੁਸੀਂ ਆਹ ਕਰਮ ਕਰੋ ਜੀ, ਆਹ ਆਸਣ ਕਰੋ ਤੇ ਆਹ ਕਰੋ। ਮਹਾਰਾਜ ਜੀ ਕਹਿੰਦੇ ਕਲਯੁਗ ਵਿੱਚ ਯੋਗ ਦਾ ਸਮਾਂ ਨਹੀਂ ਹੈ। ਕਾਲ ਨਹੀਂ, ਯੋਗ ਨਹੀਂ। ਇੱਥੇ ਲੋਕਾਂ ਨੇ ਯੋਗ ਨੂੰ ਵੀ ਪਖੰਡ ਬਣਾ ਕੇ ਰੱਖ ਦਿੱਤਾ। ਕਲਯੁਗ ਵਿੱਚ ਯੋਗ ਨਹੀਂ, ਨਾ ਹੀ ਸਤ ਕਾ ਢੱਬ। ਕਹਿੰਦੇ ਹੁਣ ਸਤਯੁਗ ਵਾਲਾ ਜਿਹੜਾ ਢੱਬ ਸੀ, ਜਿਹੜਾ ਸਤਯੁਗ ਵਿੱਚ ਚੱਲਦਾ ਸੀ, ਉਹਦਾ ਹੁਣ ਇਸ ਕਲਯੁਗ ਦੇ ਵਿੱਚ ਨਹੀਂ। ਅੱਜ ਦੇ ਸਮੇਂ ਵਿੱਚ ਕਲਯੁਗ ਵਿੱਚ ਸਤ ਬੋਲਣ ਵਾਲੇ ਵਿਰਲੇ ਨੇ। ਕੂੜ ਸਤਯੁਗ ਤੇ ਕਲਯੁਗ 'ਚ ਫਰਕ ਕੀ ਹੈ? ਚੰਦਰਮਾ ਵੀ ਹੋਈ ਆ, ਤਾਰੇ ਵੀ ਹੋਈ ਨੇ, ਬੰਦੇ ਵੀ ਉਹੋ ਜਿਹੇ ਨੇ, ਧਰਤੀ ਵੀ ਹੋਈ ਹੈ। ਫਰਕ ਕੀ ਹੈ? ਫਰਕ ਇਹ ਹੈ ਵੀ ਸਤਯੁਗ ਵਿੱਚ ਬਹੁਤ ਸੱਤ ਬੋਲਿਆ ਜਾਂਦਾ ਸੀ, ਝੂਠ ਕਦੇ ਤੇ ਕਿਤੇ ਕੋਈ ਬੋਲਦਾ ਸੀ। ਤੇ ਕਲਯੁਗ ਵਿੱਚ ਇਹ ਫਰਕ ਹੈ ਸਤਯੁਗ ਤੋਂ ਉਲਟ। ਇੱਥੇ ਸੱਤ ਕਿਤੇ ਕਿਤੇ ਬੋਲਿਆ ਜਾਂਦਾ, ਬਹੁਤਾ ਝੂਠ ਬੋਲਿਆ ਜਾਂਦਾ ਹੈ। ਜਿੱਥੇ ਸੱਚ ਲੇਸ਼ ਮਾਤਰ ਰਹਿ ਗਿਆ, ਝੂਠ ਬਹੁਤਾ ਹੋ ਗਿਆ, ਉਹਨੂੰ ਕਹਿੰਦੇ ਆ ਕਲਯੁਗ। ਜਿੱਥੇ ਸੱਤ ਬਹੁਤ ਬੋਲਿਆ ਜਾਵੇ ਤੇ ਝੂਠ ਕਿਤੇ ਲੇਸ਼ ਮਾਤਰ ਹੀ ਹੋਵੇ, ਉਹਨੂੰ ਕਹਿੰਦੇ ਨੇ ਸਤਯੁਗ। ਇਹ ਫਰਕ ਹੈ ਸਤਯੁਗ ਤੇ ਕਲਯੁਗ ਦਾ। ਮਹਾਰਾਜ ਜੀ ਕਹਿੰਦੇ ਹੁਣ ਸਤ ਦਾ ਢੱਬ ਨਹੀਂ, ਹੁਣ ਕਲਯੁਗ ਦਾ ਸਮਾਂ ਹੈ। ਕਲਯੁਗ ਰਥ ਅਗਨ ਕਾ ਕੂੜ ਅੱਗਾ ਰਥਵਾਹੋ। ਇੱਥੇ ਝੂਠ ਰਥਵਾਈਆ ਬਣਿਆ ਹੋਇਆ। ਥਾਂ ਨਸ਼ਟ ਜਗ ਭ੍ਰਸ਼ਟ ਹੋਏ, ਡੂਬਤਾ ਏਵ ਜਗ। ਕਹਿੰਦੇ ਥਾਵਾਂ ਭ੍ਰਿਸ਼ਟ ਹੋ ਗਈਆਂ, ਯਾਨੀ ਕਿ ਜਿਹੜੇ ਸ੍ਰੇਸ਼ਟ ਇਸ਼ਟਾਂ ਦੇ ਥਾਨ ਸੀ ਤੀਰਥ, ਉਹਨਾਂ ਤੀਰਥਾਂ ਤੇ ਵੀ ਪਖੰਡੀਆਂ ਨੇ ਤੀਰਥ ਮੱਲ ਲਏ ਜਾ ਕੇ। ਪਖੰਡੀਆਂ ਨੇ ਕੀ ਕੀਤਾ? ਜਿਹੜੇ ਸ੍ਰੇਸ਼ਟ ਥਾਨ ਸੀ ਇਸ਼ਟ ਦੇਵਾਂ ਦੇ, ਉਹਨਾਂ ਥਾਵਾਂ ਤੇ ਵੀ ਜਾ ਕੇ ਕਬਜ਼ੇ ਕਰ ਲਏ ਪਖੰਡੀਆਂ ਨੇ। ਉੱਥੇ ਜਾ ਕੇ ਉਹਨਾਂ ਨੇ ਆਪਣੇ ਪਖੰਡ ਦੀਆਂ ਦੁਕਾਨਾਂ ਚਲਾ ਲਈਆਂ। ਉਹ ਤੁਹਾਡਾ ਕਰਮ ਕਰੀਏ, ਇੰਨੇ ਪੈਸੇ ਰੱਖੋ ਤੁਹਾਡੇ ਤੇ, ਆਹ ਕੁਝ ਕਰਦੇ ਆ। ਇਹ ਪਖੰਡ ਕਹਿੰਦੇ ਇਸ਼ਟ ਦੇਵਾਂ ਦੇ ਜਿਹੜੇ ਥਾਨ ਨੇ ਉਹ ਵੀ ਭ੍ਰਸ਼ਟ ਕਰਕੇ ਰੱਖ ਦਿੱਤੇ ਪਖੰਡੀਆਂ ਨੇ। ਇਉਂ ਕਰਦਿਆਂ ਜੱਗ ਡੁੱਬ ਰਿਹਾ, ਆਪਣੇ ਕੀਤੇ ਕਰਮਾਂ ਦੇ ਵਿੱਚ ਡੁੱਬ ਰਿਹਾ। ਕਲ ਮੈਂ ਰਾਮ ਨਾਮ ਸਾਰ। ਮਹਾਰਾਜ ਜੀ ਕਹਿੰਦੇ ਇਸ ਕਲੀ ਕਾਲ ਵਿੱਚ ਕੇਵਲ ਇੱਕ ਰਾਮ ਦੇ ਨਾਮ ਨੂੰ ਹੀ ਸਾਰ ਕਿਹਾ ਜਾ ਸਕਦਾ ਹੈ। ਕਲ ਮੈਂ ਰਾਮ ਨਾਮ ਸਾਰ। ਸਾਰ ਕਹਿੰਦੇ ਨੇ ਸ੍ਰੇਸ਼ਟ ਨੂੰ, ਸਾਰ ਕਹਿੰਦੇ ਆ ਨਿਚੋੜ ਨੂੰ। ਇਸ ਕਲੀ ਕਾਲ ਦੇ ਵਿੱਚ ਅਗਰ ਕੁਝ ਸਾਰ ਹੈ ਤਾਂ ਉਹ ਅਕਾਲ ਪੁਰਖ ਵਾਹਿਗੁਰੂ ਪਾਰ ਬ੍ਰਹਮ ਪਰਮੇਸ਼ਰ ਦਾ ਨਾਮ ਹੈ। ਨਾਮ ਹੀ ਕੇਵਲ ਰਾਮ ਨਾਮ ਮਨੋਰਮੰ। ਹੇ ਭਾਈ, ਕੇਵਲ ਰਾਮ ਦੇ ਨਾਮ ਦੇ ਵਿੱਚ ਆਪਣੇ ਮਨ ਨੂੰ ਰਮਨ ਕਰੋ, ਉਹਦੇ 'ਚ ਆਪਣੇ ਮਨ ਨੂੰ ਅਭੇਦ ਕਰੋ। ਰਾਮ ਨਾਮ ਹੀ ਇਸ ਕਲੀ ਕਾਲ ਵਿੱਚ ਸਾਰ ਹੈ, ਸ੍ਰੇਸ਼ਟ ਹੈ, ਸਰਵੋਤਮ ਹੈ, ਨਿਚੋੜ ਹੈ। ਜਿਵੇਂ ਕਹਿੰਦੇ ਆ ਨਾ ਜੀ, ਇਹ ਸਾਰ ਕੀ ਹੈ ਸਾਰੀਆਂ ਗੱਲਾਂ ਦਾ? ਕਲਯੁਗ ਵਿੱਚ ਸਰਬ ਗੱਲਾਂ ਦਾ, ਸਰਬ ਧਰਮਾਂ ਦਾ, ਸਰਬ ਕਰਮਾਂ ਦਾ ਸਾਰ ਹੈ ਰਾਮ ਪਰਮੇਸ਼ਰ ਦੇ ਨਾਮ ਦਾ ਜਾਪ। ਰਾਮ ਦਾ ਨਾਮ
ਸਾਰੇ ਕਰਮਾਂ ਧਰਮਾਂ ਚੋਂ ਸ੍ਰੇਸ਼ਟ ਹੈ, ਸਰਵੋਤਮ ਹੈ। ਅੱਖੀ ਤਾਂ ਮੀਟੇ ਨਾਕ ਪਕੜੇ ਠੱਗਣ ਕੋ ਸੰਸਾਰ। ਉਹ ਪੰਡਤ ਜੋ ਕਰ ਰਿਹਾ ਸੀ ਮਹਾਰਾਜ ਵੇਖ ਕੇ ਦੱਸਦੇ ਐ, ਕਹਿੰਦੇ ਅੱਖਾਂ ਮੀਟਣੀਆਂ, ਅੱਖੀ ਤਾਂ ਮੀਟ ਹੈ, ਨਾਕ ਪਕੜ ਹੈ, ਨੱਕ ਪਕੜਨੀ, ਕਦੇ ਸੱਜਿਓਂ ਫੜਨੀ ਕਦੇ ਖੱਬਿਓਂ ਫੜਨੀ, ਵੀ ਨਾਕ ਪਕੜ ਹੈ, ਨੱਕ ਪਕੜਦੇ ਐ, ਕਿਉਂ? ਠੱਗਣ ਕੋ ਸੰਸਾਰ, ਸੰਸਾਰ ਨੂੰ ਜੋ ਠੱਗਣਾ, ਲੋਕਾਂ ਨੂੰ ਠੱਗਣ ਵਾਸਤੇ ਅੱਖਾਂ ਮੀਟਣੀਆਂ, ਫਿਰ ਨੱਕ ਪਕੜਨੀ, ਨੱਕ ਪਕੜ ਕੇ ਆ ਇਲੋਮ ਗਲੋਮ ਕਰੋ, ਆਹ ਕੰਮ ਕਰੋ, ਫਲਾਣਾ ਕਰੋ, ਕਾਦੇ ਵਾਸਤੇ? ਠੱਗਣ ਕੋ ਸੰਸਾਰ। ਇਹ ਪਖੰਡ ਹੈ ਤੇ ਸੰਸਾਰ ਦੇ ਲੋਕਾਂ ਨੂੰ ਠੱਗਣ ਵਾਸਤੇ, ਵੀ ਕਿਵੇਂ ਠੱਗਿਆ ਜਾਏ, ਕਿਹੜੇ ਤਰੀਕੇ ਨਾਲ ਠੱਗਿਆ ਜਾਏ। ਉਹ ਨਵੇਂ-ਨਵੇਂ ਤਰੀਕੇ, ਰੋਜ਼ ਨਿਤ ਠੱਗਣ ਦੇ ਨਵੇਂ ਤਰੀਕੇ। ਕਲੀ ਕਾਲ ਦੇ ਵਿੱਚ ਲੋਕ ਇਹੀ ਵੇਖਦੇ ਆ ਵੀ ਕਿਵੇਂ ਕਿਸੇ ਦੂਜੇ ਨੂੰ ਠੱਗਿਆ ਜਾਏ, ਉਹਦੇ ਲਈ ਨਿਤ ਨਵੇਂ ਤਰੀਕੇ, ਨਿਤ ਨਵੇਂ ਹੀ ਪ੍ਰਕਾਰ, ਰੋਜ਼ਾਨਾ ਹੀ ਕਈ ਪ੍ਰਕਾਰ ਦੇ ਸਾਹਮਣੇ ਆਉਂਦੇ ਆ। ਕੋਈ ਕਹਿੰਦਾ ਜੀ ਇਸ ਤਰੀਕੇ ਨਾਲ ਫਲਾਣਾ ਠੱਗਿਆ ਗਿਆ, ਕੋਈ ਕਹਿੰਦਾ ਜੀ ਇਸ ਤਰੀਕੇ ਨਾਲ ਠੱਗਿਆ, ਕੋਈ ਕਹਿੰਦਾ ਜੀ ਇਉਂ। ਕਹਿੰਦੇ ਸੰਸਾਰ ਦੇ ਵਿੱਚ ਕਲੀ ਕਾਲ 'ਚ ਇੱਕ ਦੂਜੇ ਨੂੰ ਠੱਗਣ ਦੀ ਬਿਰਤੀ ਵਾਲੇ ਲੋਕ ਬਹੁਤੇ ਐ। ਅੱਖਾਂ ਵੀ ਮੀਟਦੇ ਐ ਤੇ ਨੱਕਾਂ ਜੀਆਂ ਫੜਦੇ ਐ, ਤੇ ਫੜ ਕੇ ਕਿਉਂ ਕਰਦੇ ਆ? ਇਹ ਸਭ ਕੁਝ ਲੋਕਾਂ ਨੂੰ ਠੱਗਣ ਵਾਸਤੇ। ਰਹਾਉ ਚੌਪਈ ਸ਼੍ਰੀ ਗੁਰ ਕੈ ਸੁਨੋ ਦਿਜ ਕਾਨਾ। ਰਹਾਉ ਦਾ ਮਤਲਬ ਹੁੰਦਾ ਹੈ ਵਿਸ਼ਰਾਮ ਦੇਣਾ। ਇਹ ਸ਼ਬਦ ਦੀ ਸਥਾਈ ਹੈ, ਸ਼ਬਦ ਦਾ ਸਾਰ ਹੁੰਦਾ ਰਹਾਉ ਦੀਆਂ ਪੰਕਤੀਆਂ 'ਚ। ਰਹਾਉ ਦਾ ਮਤਲਬ ਹੁੰਦਾ ਠਹਿਰਾਓ, ਕਿ ਠਹਿਰ ਕੇ ਇੱਥੇ ਤੱਕ ਵਿਚਾਰ ਕਰਕੇ ਫਿਰ ਅੱਗੇ ਚੱਲੋ। ਗਰੀਬ ਨਵਾਜ ਪਾਤਸ਼ਾਹ ਜੀ ਬੋਲੇ, ਇਹ ਸ਼ਬਦ ਦਾ ਪਹਿਲਾ ਬੰਦ ਉਚਾਰਿਆ, ਰਹਾਉ ਦੀਆਂ ਪੰਕਤੀਆਂ ਉਚਾਰੀਆਂ, ਤੇ ਗਰੀਬ ਨਵਾਜ ਪਾਤਸ਼ਾਹ ਕਹਿੰਦੇ ਸੁਣੋ ਦਿਜ ਕਾਨਾ, ਪੰਡਤ ਜੀ ਸੁਣੋ ਕੰਨ ਖੋਲ ਕੇ। ਦੁੱਖ ਦਾ ਲਖੋ ਪਖੰਡ ਨਿਦਾਨਾ। ਇਹ ਪਖੰਡ ਅੰਤ ਨੂੰ ਦੁੱਖ ਹੀ ਦਿੰਦਾ, ਇਹ ਯਾਦ ਰੱਖੀ। ਇਹ ਪਖੰਡ ਕਿਉਂਕਿ ਉਗੜ ਤਾਂ ਆਉਣਾ ਹੀ ਹੁੰਦਾ। ਕਦੇ ਕੋਈ ਪਖੰਡ ਬਹੁਤੇ ਲੰਮੇ ਸਮੇਂ ਤੱਕ ਨਹੀਂ ਚੱਲਦਾ, ਇਹਦੀ ਉਮਰ ਬਹੁਤ ਲੰਮੀ ਨਹੀਂ ਹੁੰਦੀ ਪਖੰਡ ਦੀ। ਮਹਾਰਾਜ ਜੀ ਕਹਿੰਦੇ ਜਦੋਂ ਉਗੜਦਾ ਹੈ ਨਾ ਪਖੰਡ, ਤੇ ਫਿਰ ਇਹ ਅੰਤ ਨੂੰ ਦੁੱਖ ਦਿੰਦਾ ਹੈ। ਜਬੇ ਆਨ ਜਮ ਪਕੜ ਚਲਾਵੇ। ਜਦੋਂ ਜਮ ਆ ਕੇ ਫੜ ਕੇ ਟੋਰਦੇ ਆ, ਚਲਾਉਂਦੇ ਹਨ। ਡੰਡੇ ਮੂੰਡ ਲਗੇ ਬਿਲ ਲਾਵੇ। ਜਦੋਂ ਜਮ ਦਾ ਡੰਡਾ ਪੈਂਦਾ ਨਾ ਮੁੰਡੀ ਵਿੱਚ ਪੰਡਤ ਜੀ, ਫਿਰ ਉਦੋਂ ਬਿਰਲਾਪ ਕਰਦੇ ਆ ਲੋਕ ਜਿਹੜੇ ਪਖੰਡੀ ਐ। ਉਦੋਂ ਫਿਰ ਹਾਏ ਦੁਹਾਈ ਪਾਉਂਦੇ ਆ, ਕੋਈ ਨਹੀਂ ਉਹਨਾਂ ਦੀ ਪੁਕਾਰ ਸੁਣਦਾ। ਬੱਕ ਜਿਉਂ ਬੈਠੇ ਲਾਏ ਧਿਆਨਾ। ਬਗਲਿਆਂ ਵਾਂਗੂ ਜਿਹੜੇ ਧਿਆਨ ਲਾ ਲਾ ਬਹਿੰਦੇ ਲੋਕਾਂ ਨੂੰ ਵਿਖਾਉਣ ਵਾਸਤੇ। ਸਭ ਮੈਂ ਮੁਕਤੇ ਕਥੇ ਗਿਆਨਾ। ਔਰ ਸਾਰਿਆਂ ਵਿੱਚ ਬਹਿ ਕੇ ਆਪਣੇ ਮੂੰਹ ਗਿਆਨ ਦੀ ਕਥਾ ਕਰਦੇ ਐ। ਬਗਲੇ ਵਾਂਗੂ ਧਿਆਨ ਲਾ ਕੇ ਤੇ ਫਿਰ ਲੋਕਾਂ ਵਿੱਚ ਬਹਿ ਕੇ ਗਿਆਨ ਕਥਦੇ ਹਨ। ਧਨ ਕਾਰਨ ਸਭ ਕੀ ਨੀ ਉਪਾਈ। ਇਹ ਕੇਵਲ ਕਿਉਂ ਕਰਦੇ ਆ? ਵੀ ਧਨ ਵਾਸਤੇ ਉਪਾਅ ਕਰਦੇ ਆ, ਧਨ ਇਕੱਠਾ ਕਰਨ ਦੇ ਯਤਨ ਹਨ। ਮਨ ਸਦੀਵ ਲੋਭੇ ਡੈਕਾਈ। ਤੇ ਮਨ ਹਮੇਸ਼ਾ ਲੋਭ ਤੇ ਲਾਲਚ ਵਿੱਚ ਡਹਿਕਦਾ। ਲੋਭ ਦੇ ਵਿੱਚ ਮਨ ਜਿਹੜਾ ਉਹ ਪ੍ਰਵਿਰਤ ਹੁੰਦਾ। ਇਹ ਬਿਡੰਬਨਾ ਤਬ ਗਲ ਪੈ ਹੈ। ਮਹਾਰਾਜ ਜੀ ਕਹਿੰਦੇ ਪੰਡਤ ਜੀ ਜਦੋਂ ਇਹ ਵਿਡੰਬਨਾ ਗਲ ਵਿੱਚ ਪੈਂਦੀ ਹੈ, ਠੱਗੀ ਗਲ ਵਿੱਚ ਪੈਂਦੀ ਹੈ, ਅੰਤ ਕਾਲ ਮੈਂ ਬਹੁ ਦੁੱਖ ਦੇ ਹੈ। ਫਿਰ ਅੰਤਮ ਸਮੇਂ ਇਹੀ ਠੱਗੀ ਬੜਾ ਦੁੱਖ ਦਿੰਦੀ ਹੈ ਪੰਡਤ ਜੀ। ਇਹ ਠੱਗੀਆਂ ਬੜਾ ਦੁੱਖ ਦਿੰਦੀਆਂ ਨੇ ਅੰਤ ਵੇਲੇ। ਜਮ ਜਦੋਂ ਠੇਂਗੇ ਮਾਰਦੇ ਆ ਨਾ, ਤੇ ਫਿਰ ਇਹ ਕੀਤੀਆਂ ਹੋਈਆਂ ਠੱਗੀਆਂ ਬਹੁਤ ਤਕਲੀਫ ਦਿੰਦੀਆਂ ਹਨ। ਕਲੀ ਕਾਲ ਕੇ ਪਹਿਰੇ ਮਾਈ। ਕਲਯੁਗ ਦਾ ਜਿਹੜਾ ਇਹ ਪਹਿਰਾ ਚੱਲ ਰਿਹਾ, ਕਲਯੁਗ ਦਾ ਜਿਹੜਾ ਇਹ ਵਰਤਾਰਾ ਹੈ, ਨਾਮ ਬਹੀਨ ਸਾਰ ਕਿਛ ਨਾਈ। ਕਲਯੁਗ ਦੇ ਇਸ ਸਮੇਂ ਵਿੱਚ ਪਰਮੇਸ਼ਰ ਦੇ ਨਾਮ ਤੋਂ ਬਿਨਾਂ ਸਾਰ ਕੁਝ ਵੀ ਨਹੀਂ। ਪਰਮੇਸ਼ਰ ਦਾ ਨਾਮ ਹੀ ਇਸ ਕਲੀ ਕਾਲ ਵਿੱਚ ਸਾਰ ਹੈ। ਅਬ ਕੱਲੂ ਆਇਓ ਰੇ ਇੱਕ ਨਾਮ, ਬੋਵੋ
ਇਸ ਕਲੀ ਕਾਲ ਦੇ ਸਮੇਂ 'ਚ ਇੱਕ ਪਰਮੇਸ਼ਰ ਦਾ ਨਾਮ ਹੀ ਸਾਰ ਹੈ। ਸਤਿਨਾਮ ਵਾਹਿਗੁਰੂ, 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 ਸਤਿਨਾਮ ਵਾਹਿਗੁਰੂ। ਕਲਯੁਗ ਵਿੱਚ ਕੇਵਲ ਇਹ ਰਾਮ ਦਾ ਨਾਮ ਹੀ ਸਾਰ ਹੈ, ਸ੍ਰੇਸ਼ਟ ਹੈ। ਤਟ ਤੀਰਥ ਦੇਵਾਲੇ ਦੇਵਾ, ਤੀਰਥਾਂ ਦੇ ਕਿਨਾਰੇ ਔਰ ਵੱਡੇ ਵੱਡੇ ਦਿਵਾਲਿਆਂ ਵਿੱਚ ਏਕ ਨਾਮ ਬਿਨ ਬਿਰਥੀ ਸੇਵਾ, ਪਰਮੇਸ਼ਰ ਦੇ ਨਾਮ ਤੋਂ ਬਿਨਾਂ ਸਭ ਵਿਅਰਥ ਹੈ। ਮਹਾਰਾਜ ਜੀ ਕਹਿੰਦੇ ਹੋਰ ਜਿਹੜੇ ਪਖੰਡ ਕਰਕੇ ਕੀਤੇ ਜਾਂਦੇ ਆ ਨਾ ਕਰਮ ਕਾਂਡ, ਪਰਮੇਸ਼ਰ ਦੇ ਨਾਮ ਤੋਂ ਬਿਨਾਂ ਇਹ ਸਭ ਵਿਅਰਥ ਹਨ। ਹਰੀ ਨਾਮ ਹੀ ਸ੍ਰੇਸ਼ਟ ਹੈ, ਹਰੀ ਨਾਮ ਹੀ ਸਾਰ ਹੈ। ਅਬ ਕੇ ਸਮੇਂ ਮੁਕਤ ਜੇ ਚਾਹੇ, ਅੱਜ ਦੇ ਇਸ ਸਮੇਂ ਵਿੱਚ ਕਲੀ ਕਾਲ ਵਿੱਚ ਪੰਡਤ ਜੀ, ਜੇ ਕਿਸੇ ਨੇ ਮੁਕਤੀ ਚਾਹਣੀ ਹੈ, ਜੇ ਕਿਸੇ ਨੂੰ ਚਾਹੀਦੀ ਹੈ ਕਿ ਮੈਂ ਮੁਕਤ ਹੋ ਜਾਵਾਂ, ਮੁਕਤ ਕਿਹੜਾ ਨਹੀਂ ਹੋਣਾ ਚਾਹੁੰਦਾ ਸੰਸਾਰ 'ਚ। ਸਾਡੇ ਮਨ 'ਚ ਇੱਕ ਥੋੜਾ ਜਿਹਾ ਕਈ ਵਾਰੀ ਇਹ ਭਰਮ ਆਉਂਦਾ ਵੀ ਮੁਕਤੀ ਮਰਨ ਤੋਂ ਬਾਅਦ ਮਿਲਦੀ ਹੈ। ਉਹ ਵੀ ਹੈ ਜਿਹੜੀ ਇਸ ਸਰੀਰ ਨੂੰ ਛੱਡਣ ਤੋਂ ਬਾਅਦ ਹੁੰਦੀ ਹੈ, ਪਰ ਮੁਕਤੀ ਇਸ ਸਰੀਰ ਵਿੱਚ ਰਹਿ ਕੇ ਵੀ ਅਸੀਂ ਚਾਹੁੰਦੇ ਹਾਂ। ਉਹ ਕਿਹੜੀ ਮੁਕਤੀ ਹੈ ਜਿਹੜੀ ਅਸੀਂ ਸਾਰੇ ਚਾਹੁੰਦੇ ਹਾਂ? ਜਿਹੜੇ ਨਾਸਤਕ ਨੇ ਨਾ, ਕਾਮਰੇਡ, ਰੱਬ ਨੂੰ ਨਹੀਂ ਮੰਨਦੇ, ਉਹ ਵੀ ਮੁਕਤੀ ਚਾਹੁੰਦੇ ਆ। ਮੁਕਤੀ ਕੀ ਹੈ? ਮੁਕਤੀ ਦੀ ਪਰਿਭਾਸ਼ਾ ਕੀ ਹੈ? ਮੁਕਤੀ ਦੀ ਪਰਿਭਾਸ਼ਾ ਹੈ दुख दी निर्वृत्ति और सुख दी प्राप्ति की इच्छा का नाम मुक्ति है। दुख दी निर्वृत्ति और सुख दी प्राप्ति दी इच्छा, इहनूं मुक्ति कहंदे आ। शास्त्रां विच इउं लिखिआ। हुण किहड़ा नहीं चाहुंदा मेरा दुख दूर होवे ते किहड़ा नहीं चाहुंदा मैनूं सुख प्राप्त होवे? सारे चाहुंदे आ ना। ये मुक्ति है। मेरा दुख दूर हो जाए ते मैनूं सुख दी प्राप्ति होवे, इहनूं मुक्ति कहंदे आ। महाराज जी कहते हैं जेड़ा चाहता मैं मुक्त होवां, जेड़ा चाहता मैं मुक्त हो जावां, नाम वडाई को अवगाहे। इको एक तरीका है, वो है परमेश्वर दे नाम दी वडियाई करे, अकाल पुरख दे नाम दी साधना करे, निमगन हो जावे परमेश्वर दे नाम विच, उहदे जाप विच, ਤਾਂ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਭਾਈ ਉਹਨਾਂ ਨੂੰ ਮੁਕਤੀ ਦੀ ਪ੍ਰਾਪਤੀ ਹੋਵੇਗੀ। ਜਿਹੜਾ ਹਰੀ ਦੇ ਨਾਮ ਦੇ ਵਿੱਚ ਅਪੇਧ ਹੋ ਜਾਵੇ, ਨਾਮ ਜਪਦਿਆਂ ਜਪਦਿਆਂ ਵਾਹਿਗੁਰੂ ਵਾਹਿਗੁਰੂ, ਮਹਾਰਾਜ ਜੀ ਕਹਿੰਦੇ ਉਹ ਮੁਕਤ ਹੋ ਜਾਵੇਗਾ। ਦੰਬੇ ਕੀ ਪੂਜਾ ਸਭ ਤਜੀਏ। ਆ ਪਖੰਡ ਦੀ ਪੂਜਾ ਛੱਡੋ ਸਾਰੀ। ਪੰਡਤ ਜੀ ਇਹ ਪਖੰਡ ਕੀਤਿਆਂ ਯੋਗ ਦੀ ਪ੍ਰਾਪਤੀ ਨਹੀਂ ਹੋਣੀ। ਪਖੰਡ ਕੀਤਿਆਂ ਲੋਕਾਂ ਨੂੰ ਕੁਝਕਾਂ ਨੂੰ ਬਰਮਾ ਲਓਗੇ, ਪਰ ਤੁਹਾਡਾ ਅੰਦਰਲਾ ਮਨ ਕੀ ਕਹਿੰਦਾ ਕਦੇ ਉਹਦੇ ਵੱਲ ਵੀ ਵੇਖੋ, ਵੀ ਉਹ ਵੀ ਲਾਹਨਤਾਂ ਪਾਉਂਦਾ ਵੀ ਕੀ ਕਰ ਰਿਹਾ ਤੂੰ, ਬਾਹਰੋਂ ਕੀ ਕੁਝ ਵਿਖਾਉਣਾ ਤੇ ਅੰਦਰੋਂ ਕੀ ਹੈ। ਕਦੇ ਆਪਣੇ ਅੰਦਰ ਝਾਤੀ ਮਾਰ ਕੇ ਨਹੀਂ ਵੇਖੀ? ਕਦੇ ਹਿਰਦਾ ਕੰਬਦਾ ਨਹੀਂ ਪੰਡਤ ਜੀ ਕਿ ਮੈਂ ਬਾਹਰੋਂ ਕੀ ਕਰ ਰਿਹਾ ਤੇ ਅੰਦਰੋਂ ਕੀ ਹਾਂ ਮੈਂ? ਇਸ ਪਖੰਡ ਨਾਲ ਯੋਗ ਦੀ ਪ੍ਰਾਪਤੀ ਨਹੀਂ ਹੈ। ਗੁਰੂ ਕਲਗੀਧਰ ਪਾਤਸ਼ਾਹ ਜੀ ਨੇ ਪਖੰਡ ਦਾ ਬੜੇ ਪੁਰਜੋਰ ਸ਼ਬਦਾਂ ਵਿੱਚ ਖੰਡਨ ਕੀਤਾ। ਮਹਾਰਾਜ ਜੀ ਕਹਿੰਦੇ ਆਖਨ ਪੀਤਰ ਤੇਲ ਕੋ ਡਾਰ ਕੈ ਲੋਗਨ ਨੀਰ ਬਹਾਏ ਦਿਖਾਵੈ। ਆਖਨ ਪੀਤਰ ਤੇਲ ਕੋ ਡਾਰ ਕੈ, ਅੱਖਾਂ ਦੇ ਵਿੱਚ ਤੇਲ ਪਾ ਕੇ ਲੋਕਾਂ ਨੂੰ ਅੱਖਾਂ 'ਚੋਂ ਪਾਣੀ ਵਹਿੰਦਾ ਵਿਖਾਉਣਾ। ਵੇਖੋ ਜੀ ਬਾਬਾ ਜੀ ਬੈਰਾਗੀ ਨੇ। ਲੋਗਨ ਨੀਰ ਬਹਾਏ ਦਿਖਾਵੈ, ਲੋਕਾਂ ਨੂੰ ਨੇਤਰਾਂ 'ਚੋਂ ਪਾਣੀ ਵਹਾ ਵਹਾ ਕੇ ਵਿਖਾਉਣਾ। ਮਹਾਰਾਜ ਜੀ ਕਹਿੰਦੇ ਡਿੰਬ ਕਰੇ ਬਿਨ ਪਈਅਤ ਨਾਹੀ, ਡਿੰਬਨ ਮੈਂ ਪਰਮੇਸ਼ਰ ਨਾਹੀ। ਲੋਕ ਕਹਿੰਦੇ ਆ ਪਖੰਡ ਕੀਤਿਆਂ ਜੀ ਮਿਲਦਾ ਨਹੀਂ, ਪਖੰਡ ਕੀਤੇ ਬਿਨਾ ਮਿਲਦਾ ਨਹੀਂ ਕੁਝ। ਪਰ ਪਾਤਸ਼ਾਹ ਕਹਿੰਦੇ ਯਾਦ ਰੱਖਿਓ ਜਿੱਥੇ ਪਖੰਡ ਹੈ ਉੱਥੇ ਰੱਬ ਨਹੀਂ ਹੈ।
ਡਿੰਬਨ ਮੈਂ ਪਰਮੇਸ਼ਰ ਨਹੀਂ, ਜਿੱਥੇ ਪਖੰਡ ਆ ਉੱਥੇ ਰੱਬ ਨਹੀਂ। ਜਦੋਂ 100 ਸੁਹਾਗਣ ਦੇ ਡੇਰੇ ਆਏ ਗੁਰੂ ਨਾਨਕ ਸਾਹਿਬ ਮਹਾਰਾਜ ਕਹਿੰਦੇ ਚੱਲ ਵੇ ਮਰਦਾਨਿਆ, ਇੱਥੇ ਨਾ 100 ਹੈ ਤੇ ਨਾ ਸੁਹਾਗਣ ਹੈ, ਚੱਲ ਚੱਲੀਏ। ਉਸੇ ਵੇਲੇ ਉਹਦਾ ਪਖੰਡ ਉਗੜ ਕੇ ਆ ਗਿਆ ਸੀ ਸਾਹਮਣੇ। ਜਿੱਥੇ ਪਖੰਡ ਹੈ ਉੱਥੇ ਰੱਬ ਨਹੀਂ ਹੈ, ਤੇ ਜਿੱਥੇ ਰੱਬ ਹੈ ਉੱਥੇ ਵਿਖਾਵਾ ਨਹੀਂ। ਬਸ ਇਹ ਗੱਲ ਸਮਝ ਲਓ, ਜਿੱਥੇ ਵਿਖਾਵਾ ਹੈ ਉੱਥੇ ਪਰਮੇਸ਼ਰ ਨਹੀਂ, ਜਿੱਥੇ ਪਰਮੇਸ਼ਰ ਹੈ ਉੱਥੇ ਵਿਖਾਵਾ ਨਹੀਂ, ਉੱਥੇ ਜੋ ਅੰਦਰ ਹੈ ਉਹੀ ਬਾਹਰ ਹੈ। ਪਾਤਸ਼ਾਹ ਕਹਿੰਦੇ ਪਖੰਡ ਕੀਤਿਆਂ ਪੰਡਤ ਜੀ ਯੋਗ ਦੀ ਪ੍ਰਮਾਤਮਾ ਨਾਲ ਮਿਲਾਪ ਦੀ ਪ੍ਰਾਪਤੀ ਨਹੀਂ ਹੁੰਦੀ। ਹੋਏ ਨੇ ਕਪਟ ਨਾਮ ਕੋ ਭਜੀਏ। ਪੰਡਤ ਜੀ ਪਖੰਡ ਦੀ ਪੂਜਾ ਛੱਡੋ, ਨਿਸ਼ਕਪਟ ਹੋ ਕੇ ਪਰਮੇਸ਼ਰ ਦਾ ਨਾਮ ਭਜੋ, ਨਿਸ਼ਕਪਟ ਹੋ ਕੇ ਪਰਮੇਸ਼ਰ ਦਾ ਭਜਨ ਕਰੋ। ਲਿਵ ਲਾਵੋ ਨਿਸ ਦਿਨ ਸੀਰੀ ਨਾਮੋ। ਰਾਤ ਦਿਨ ਹਰੀ ਪਰਮੇਸ਼ਰ ਦੇ ਨਾਮ 'ਚ ਆਪਣੀ ਲਿਵ ਲਾਓ, ਪਰਮੇਸ਼ਰ ਦੇ ਨਾਮ ਵਿੱਚ ਆਪਣਾ ਚਿੱਤ ਜੋੜੋ। ਜੇ ਦਿਜ ਤੂੰ ਕਰ ਹੈ ਅਸ ਕਾਮੋ। ਇਹ ਪੰਡਤ ਜੇ ਤੂੰ ਐਸਾ ਕੰਮ ਕਰਨ ਲੱਗ ਪਵੇਂ, ਦੋਨੋਂ ਲੋਕ ਵਿਖੇ ਸੁਖ ਪਾਈ। ਤੈਨੂੰ ਦੋਹਾਂ ਜਹਾਨਾਂ 'ਚ ਸੁਖ ਪ੍ਰਾਪਤ ਹੋਵੇਗਾ, ਇਸ ਲੋਕ ਵਿੱਚ ਵੀ ਤੇ ਪਰਲੋਕ ਵਿੱਚ ਵੀ। ਰਿੱਧ ਸਿੱਧ ਆਵੇ ਕਰ ਮਾਹੀ। ਰਿੱਧੀਆਂ ਸਿੱਧੀਆਂ ਪਰਮੇਸ਼ਰ ਦੇ ਨਾਮ ਵਿੱਚ ਨੇ, ਸਾਰੀਆਂ ਤੇਰੀਆਂ ਦਾਸੀਆਂ ਹੋ ਜਾਣਗੀਆਂ। ਹੱਥ ਬੰਦ ਕੈ ਪੁਨ ਦਿਜ ਪਾਖਾ। ਪੰਡਤ ਨੇ ਹੱਥ ਜੋੜੇ ਤੇ ਹੱਥ ਜੋੜ ਕੇ ਬੋਲਿਆ, ਕਉ ਸੰਤ ਕਿਨਿਆ ਤਨ ਰਾਖਾ। ਕਹਿਣ ਲੱਗਾ ਸੰਤ ਜੀ ਇਹ ਜਿਹੜਾ ਧਨ ਮੇਰੇ ਪਿੱਛੋਂ ਨਿਕਲਿਆ ਪੁੱਟਿਆ ਹੋਇਆ, ਕਿਰਪਾ ਕਰਕੇ ਦੱਸੋ ਵੀ ਇੱਥੇ ਕਿਹਨੇ ਰੱਖਿਆ। ਕਿਸ ਪ੍ਰਕਾਰ ਤੁਮ ਨੇ ਇਹੋ ਦੇਖਾ। ਤੁਸੀਂ ਕਿਵੇਂ ਵੇਖ ਲਿਆ ਇੱਥੇ ਪਿਆ ਹੋਇਆ ਇਹ ਪੈਸਾ। ਮੋਕੋ ਅਚਰਜ ਹੋਤ ਵਿਸ਼ੇਖਾ। ਮਹਾਰਾਜ ਜੀ ਮੇਰੇ ਮਨ 'ਚ ਅਚਰਜ ਹੁੰਦਾ ਵੇਖ ਕੇ। ਮੁਝੇ ਬਿਰਤਾਂਤ ਬਤਾਵੋ ਸਾਰਾ। ਆਪ ਜੀ ਕਿਰਪਾ ਕਰਕੇ ਮੈਨੂੰ ਇਹ ਸਾਰਾ ਬਿਰਤਾਂਤ ਦੱਸੋ। ਸੁਨਤ ਸ਼ਬਦ ਪਦ ਦੁਤੀਏ ਉਚਾਰਾ। ਸੁਣ ਕੇ ਸਤਿਗੁਰਾਂ ਨੇ ਪਾਵਨ ਸ਼ਬਦ ਦਾ ਇੱਕ ਬੰਦ ਪਹਿਲਾਂ ਉਚਾਰਿਆ, ਰਹਾਉ ਦਾ ਬੰਦ ਉਚਾਰ ਕੇ ਹੁਣ ਦੂਸਰਾ ਬੰਦ ਸ਼ਬਦ ਦਾ ਸਤਿਗੁਰਾਂ ਨੇ ਉਚਾਰਨ ਕੀਤਾ। ਆਂਟ ਸੇਤੀ ਨਾਕ ਪਕੜ ਹੈ ਸੂਝ ਤੇ ਤਿੰਨ ਲੋ। ਇਹ ਪਾਵਨ ਬਚਨ ਆਪਾਂ ਅਗਲਿਆਂ ਪ੍ਰਕਰਣਾਂ ਵਿੱਚ ਵਿਚਾਰਾਂਗੇ ਗੁਰੂ ਸਾਹਿਬ ਜੀ ਦੀ ਦਇਆ ਨਾਲ। ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ। ਵਾਹਿਗੁਰੂ 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 ਵਾਹਿਗੁਰੂ।